ਯਾਰ ਮਾਲਵੇ ਵਾਲੇ ਤੁਸੀਂ ਤਾਂ ਗੜੀ ਪਾਤੇ ਤੇ ਇੱਕ ਥੱਲੋਂ ਕਹਿੰਦਾ ਬੋਲਾ ਸੌ ਨਿਹਾਲ ਸਾਸੇ ਉਹ ਬਾ ਕਹਿੰਦੇ ਸੀਟਾਂ ਤਾਂ ਸਾਰੀਆਂ ਹਰੀ ਜਾਂਦੇ ਹੋ ਜਕਾਰੇ ਵਾਲੀ ਇਹ ਚ ਕਿਹੜੀ ਗੱਲ ਆ। ਬੀਬਾ ਸੁਰਿੰਦਰ ਕੌਰ ਬਾਦਲ ਬੈਠੇ ਤਾਂ ਉਹ ਕਰੀਏ ਪ੍ਰਕਾਸ਼ ਕੌਰ ਬਾਦਲ ਜਿੰਦਾਬਾਦ, ਪ੍ਰਕਾਸ਼ ਕੌਰ ਬਾਦਲ ਜਿੰਦਾਬਾਦ। ਉਹ ਥੱਲੋਂ ਖਿੱਚਿਆ ਇੱਕ ਨੇ ਮਾੜਾ ਜਿਹਾ, ਉਹਨੇ ਤਾਂ ਦੱਸਦਾ ਸੀ ਪ੍ਰਕਾਸ਼ ਕੌਰ ਬਾਦਲ ਨਹੀਂ ਸੁਰਿੰਦਰ ਕੌਰ ਬਾਦਲ। ਉਹ ਕਹਿੰਦਾ ਪਜਾਮਾ ਭਾਵੇਂ ਖਿੱਚ ਖਿੱਚ ਕੇ ਲਾ ਦੇ, ਨਾਰੇ ਲਾਉਣਾ ਤਾਂ ਹਟਦਾ ਨਹੀਂ ਤੇ ਨਾ ਬੋਲਣੋਂ ਹਟਾ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ ਮੈਂ ਸੁਖਨੈਪ ਸਿੰਘ ਸਿੱਧੂ ਅੱਜ ਥੋੜ੍ਹਾ ਜਿਹਾ ਸਿਆਸੀ ਪਿੜ ਦੇ ਵਿੱਚ ਹਾਸੇ ਠੱਠੇ ਦੀ ਗੱਲ ਕਰਨ ਲੱਗਿਆ, ਕਿਉਂਕਿ ਸਿਆਸਤ ਦੇ ਵਿੱਚ ਗੰਭੀਰ ਗੱਲਾਂ ਬੜੀਆਂ ਹੁੰਦੀਆਂ, ਦੋਸ਼ ਬਹੁਤ ਸਾਰੇ ਲੱਗਦੇ ਆ, ਪਰ ਕਦੇ-ਕਦੇ ਸਿਆਸੀ ਠਹਾਕੇ ਵੀ ਲੱਗਦੇ ਆ। ਸੋ ਇਹੋ ਜਿਹੀਆਂ ਗੱਲਾਂ ਕਰਨ ਦੇ ਵਾਸਤੇ ਕੁਝ ਕੁ ਲੋਕਾਂ ਨੂੰ ਮਹਾਰਤ ਹੁੰਦੀ ਹੈ। ਵੈਸੇ ਤਾਂ ਸਿਆਸਤ ਸਾਰੀ ਸ਼ਬਦਾਂ ਦੀ ਖੇਡ ਹੁੰਦੀ ਹੈ। ਆਪਦੇ ਵਿਰੋਧੀ ਨੂੰ ਨਿੰਦਣਾ ਭੰਡਣਾ ਕਿਹੜੇ ਤਰੀਕੇ ਨਾਲ ਤੇ ਆਪਦੇ ਆਪ ਨੂੰ ਚੰਗਾ ਕਹਾਉਣਾ ਕਿਹੜੇ ਤਰੀਕੇ ਨਾਲ, ਇਹ ਸਾਰੇ ਯਤਨ ਹੁੰਦੇ ਆ। ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ ਸਾਬਕਾ ਅਕਾਲੀ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਬਣਾਵਾਲੀ ਨਾਲ, ਤੇ ਜਾਣਾਂਗੇ ਇਹਨਾਂ ਤੋਂ ਸਿਆਸਤ ਦੇ ਵਿੱਚ ਕੀ ਕੁਝ ਚੱਲਦਾ, ਕਿਹੋ ਜਿਹਾ ਘਸਮਾਨ ਪੈਂਦਾ, ਹਾਸਿਆਂ ਦੀ ਸ਼ਹਿਬਰ ਕਿਵੇਂ ਲੱਗਦੀ ਹੈ, ਤੇ ਹੋਰ ਕੁਝ ਜਿਹੜਾ ਲੋਕਾਂ ਨੂੰ ਸਕੂਨ ਦਿੰਦਾ ਤੇ ਕਦੇ ਨਾ ਕਦੇ ਅੰਦਰਲਾ ਗੁਬਗਲਾਟ ਨਿਕਲੇ ਉਹ ਕਿਵੇਂ ਨਿਕਲਦਾ। ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਤੇ ਸਿਆਸਤ ਦੇ ਵਿੱਚ ਜਿਵੇਂ ਮੈਂ ਗੱਲ ਕਰੀ ਹੈ ਕਿ ਸਿਆਸੀ ਠਹਾਕੇ ਬੜੇ ਚੱਲਦੇ ਹਨ, ਬੜਾ ਕੁਝ ਹੁੰਦਾ, ਦੋਸ਼ ਲਾਉਣ ਦੀ ਗੱਲ। ਜਦੋਂ ਪਹਿਲਾਂ ਸਰਕਾਰ ਆਈ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਦੋਂ ਕਹਿੰਦੇ ਸੁੰਡੀ ਇੱਥੇ ਅਮਰੀਕਨ ਸੁੰਡੀ ਨਹੀਂ ਸੀ, ਤਾਂ ਉਦੋਂ ਫਿਰ ਇਹ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਭਾਈ ਕੈਪਟਨ ਅਮਰਿੰਦਰ ਕਿਹੜਾ ਢੋਲੀ ਪਾ ਕੇ ਸਪਰੇਅ ਕਰ ਗਿਆ, ਹੈ ਨਾ, ਤੇ ਸਪਰੇਅ ਤਾਂ ਬਾਦਲ ਹੋਰਾਂ ਨੇ ਵੀ ਨਹੀਂ ਕੀਤੀ ਸੀਗੀ। ਸੋ ਇਹੋ ਜਿਹੀਆਂ ਗੱਲਾਂ ਸਿਆਸਤ 'ਚ ਆਉਂਦੀਆਂ। ਤੁਹਾਡੇ ਕੋਲ ਬੜਾ ਮਟੀਰੀਅਲ ਹੈ, ਇਹ ਕਿਵੇਂ ਇਕੱਠਾ ਹੋਇਆ? ਸਿੱਧੂ ਸਾਹਿਬ ਇਸ ਤਰ੍ਹਾਂ ਗਾ ਕਿ ਜਿਹੜੀ ਸਿਆਸਤ ਦੇ ਵਿੱਚ ਹਮੇਸ਼ਾ ਸੰਵੇਦਨਸ਼ੀਲਤਾ ਹੁੰਦੀ ਆ, ਤੇ ਹਮੇਸ਼ਾ ਬੰਦਾ ਸਿੰਸੀਅਰ ਹੁੰਦਾ, ਜਿਹੜੀ ਵੀ ਗੱਲ ਕਰਨੀ ਹੈ ਇੱਕ ਜਿਹੜੀ ਬੋਲਣਾ ਲਾਈਵ ਬੋਲਣਾ ਹੁੰਦਾ, ਤੇ ਇਸ਼ੂ ਵੀ ਉਹ ਹੁੰਦਾ ਵੀ ਜਿਹੜਾ ਲੋਕਾਂ ਨੂੰ ਸਿੱਧਾ ਜਾ ਕੇ ਟੱਚ ਕਰਦਾ ਹੋਵੇ। ਤੇ ਜੇ ਉਹਦੇ ਵਿੱਚ ਜਿੱਥੇ ਹਾਸਾ ਠੱਠਾ ਹੋਊਗਾ ਤਾਂ ਜ਼ਿਆਦਾ ਗੰਭੀਰਤਾ ਨਹੀਂ ਹੋਊਗੀ, ਨਾਲ ਗੱਲ ਦੱਸਣੀ ਤਾਂ ਛੇਤੀ ਸਮਝ ਆਉਂਦੀ ਆ। ਤੋ ਇਹੋ ਜਿਹੀਆਂ ਗੱਲਾਂ ਨੇ, ਜਿਵੇਂ ਕਿਸੇ ਵਾਰੀ ਕਹਿੰਦੇ ਸੀਗੇ ਵੀ ਜਿਵੇਂ ਸੂਰਜ ਨਾ ਚੜੇ ਵੀ ਫਲਾਨੀ ਪਾਰਟੀ ਨੇ ਜੀ ਸੂਰਜੀ ਵੇਚ ਪਾਕਿਸਤਾਨ ਵਾਲਿਆਂ ਨੂੰ ਦੇਤਾ। ਜਿਵੇਂ ਹੁਣ ਟਿੱਡੀ ਦਲ ਆਇਆਗਾ, ਇਹ ਜੀ ਬੜੀ ਵੱਡੀ ਜਿਵੇਂ ਚੱਲ ਰਿਹਾ ਚੈਨਲਾਂ ਤੇ ਜੀ, ਇਹ ਤਾਂ ਬਹੁਤ ਵੱਡੀ ਪਾਕਿਸਤਾਨ ਤੇ ਚਾਈਨਾ ਦੀ ਚਾਲ ਆ ਗਈ। ਸੋ ਇਹ ਨਿੱਕੀਆਂ ਨਿੱਕੀਆਂ ਰਾਜਸੀ ਪਾਰਟੀਆਂ ਦੀ ਵੀ ਕੋਈ ਹੁੰਦੀ ਹੈ ਮਿਲੀ ਭੁਗਤ ਕੇ ਟਿੱਡੀ ਦਲ ਉਹਨਾਂ ਦੇ ਕਹਿਣ ਤੇ ਆਉਂਦਾ ਹੋਵੇ ਜਾਂ ਰੁਕਦਾ ਹੋਵੇ? ਉਹ ਟਿੱਡੀ ਦਲ ਇਸ ਤਰ੍ਹਾਂ ਨਾ ਜੀ, ਜਿਹੜੀ ਕੋਈ ਗੱਲ ਚੱਲ ਰਹੀ ਹੁੰਦੀ ਹੈ ਲੋਕਾਂ ਦਾ ਪਹਿਲਾਂ ਧਿਆਨ ਉਹਦੇ ਵੱਲ ਹੋਵੇ, ਉਹਨੂੰ ਕਿਸੇ ਤਰ੍ਹਾਂ ਵਿੱਚ ਲਿਆਉਣਾ, ਉਹਨੂੰ ਵਿੱਚ ਲਿਆਉਣਾ ਤਾਂ ਕਿ ਉਹਨਾਂ ਨੇ ਦਿਮਾਗ 'ਚ ਹੁੰਦੀ ਹਾਂ ਟਿੱਡੀ ਦਲ ਆਇਆ ਫਿਰਦਾ ਗਾ, ਤੇ ਟਿੱਡੀ ਦਲ ਨੂੰ ਲਿਆ ਕੇ ਕੋਈ ਇਹੋ ਜਿਹੀ ਗੱਲ ਪੇਟ ਵੀ ਕਰ ਦੇਣੀ। ਉਹ ਨਿੱਕੀਆਂ ਨਿੱਕੀਆਂ ਗੱਲਾਂ ਫੜ ਕੇ ਲੋਕਾਂ ਨੂੰ ਆਪਦੇ ਨਾਲ ਜੋੜੀ ਰੱਖਣਾ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਹੈਗਾ ਤੁਸੀਂ ਲੱਗ ਜਾਓ ਵੀ ਫਲਾਨਾ ਉੱਥੋਂ ਆਇਆ ਸੀਗਾ ਜੀ, ਫਲਾਨਾ ਰਸ਼ੀਆ ਤੋਂ ਆਇਆ ਸੀ, ਜਿਵੇਂ ਪਹਿਲਾਂ ਬੋਲਦੇ ਹੁੰਦੇ ਸੀ ਫਲਾਨਾ ਆਇਆ ਸੀ, ਮਾਰਕਸਵਾਦ ਆਏ ਸੀ। ਇਹ ਗੱਲਾਂ ਨਹੀਂ, ਹੁਣ ਤਾਂ ਲੋਕਾਂ ਨੂੰ ਸਿੱਧੀ ਗੱਲ ਕਰਨੀ ਆ ਤੇ ਲੋਕਾਂ ਦੀ ਠੇਠ ਭਾਸ਼ਾ 'ਚ ਕਰਨੀ ਆ। ਉੱਥੋਂ ਕੁਝ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਜਿਹੜੀਆਂ ਪੜਕ ਦੇ ਨੇ ਵਿੱਚ ਵੱਜਦੀਆਂ ਲੋਕਾਂ ਦੇ। ਅਚਨਚੇਤ ਦਿਮਾਗ 'ਚ ਕਿਵੇਂ ਆ ਜਾਂਦੀਆਂ? ਕਿਉਂਕਿ ਸਟੇਜਾਂ ਦੇ ਉੱਤੇ ਤੁਸੀਂ ਬੜਾ ਕੁਝ ਕਰਦੇ ਰਹੇ ਹੋ। ਅਚਨਚੇਤ ਤਾਂ ਇਹ ਹੈ ਨਾ ਜੀ, ਉੱਥੋਂ ਵੀ ਬੈਠਿਆਂ ਤੋਂ ਹੋ ਜਾਂਦਾ ਕੁਛ ਨਿੱਕੀਆਂ ਨਿੱਕੀਆਂ ਗੱਲਾਂ। ਮੈਂ ਤੁਹਾਨੂੰ ਸੁਣਾਉਣਾਗਾ, ਜਿਵੇਂ ਕਿਸੇ ਨੂੰ ਯਾਦ ਚੇਤੇ ਨਹੀਂ ਸੀ 2007 ਦੇ ਵਿੱਚ ਕੀ ਹੋਇਆ ਸੀ ਕਿ ਅਕਾਲੀ ਦਲ ਦੀ ਸਰਕਾਰ ਆਈ ਸੀ। ਸਹੀ। ਤਾਂ ਉਸ ਵੇਲੇ ਕੀ ਹੋਇਆ, ਅਕਾਲੀ ਦਲ ਦੀ ਸਰਕਾਰ ਆਈ ਤਾਂ ਆਪਾਂ ਜਿਹੜੇ ਸੀਗੇ ਮਾਲਵਾ ਸਾਰਾ ਹੀ ਹਾਰ ਗਏ, ਤਕਰੀਬਨ ਜਿੰਨੀਆਂ ਸੀਟਾਂ ਸੀ 1-2 ਸੀਟਾਂ ਜਿੱਤਿਆ ਸੀ ਅਕਾਲੀ ਦਲ, ਤੇ ਮਾਝੇ ਤੇ ਦੁਆਬੇ ਦੇ ਵਿੱਚੋਂ ਸਰਕਾਰ ਅਕਾਲੀ ਦਲ ਦੀ ਬਣ ਗਈ। ਸਹੀ। ਉਹ ਇੱਥੇ ਰੈਲੀ ਹੋਈ, ਬਾਦਲ ਸਾਹਿਬ ਆਏ, ਮੈਂ ਸਟੇਜ ਤੇ ਸੀ, ਮੈਂ ਸਟੇਜ ਚਲਾਉਂਦਾ ਸੀ, ਤਾਂ ਬਾਦਲ ਸਾਹਿਬ ਨੇ ਇੱਕ ਲਾਂਭੇ ਦੇ ਤੌਰ ਤੇ ਨਹੀਂ ਕਹਿਣਾ ਹੁੰਦਾ ਕਿ ਤੁਸੀਂ ਤਾਂ ਯਾਰ ਉੱਥੇ ਦਿੱਤੀਆਂ ਸੀਟਾਂ ਮਾਝੇ 'ਚ ਸਾਰਾ ਜਿੰਨੀਆਂ ਦਿੱਤੀਆਂ ਸਾਰੇ ਉਮੀਦਵਾਰ ਜਿਤਾਤੇ ਜੀ। ਫੇਰ ਦਿੱਤੇ ਕਹਿੰਦੇ ਜੀ ਦੁਆਬੇ ਵਾਲਿਆਂ ਨੇ ਮੈਂ ਸ਼ਾਬਾਸ਼ੇ ਕਰ ਦਾਂਗਾ ਵੀ ਜਿੰਨੀਆਂ ਸੀਟਾਂ ਦਿੱਤੀਆਂ ਸਾਰੇ ਜਿਤਾਤੇ। ਬੋਲੋ ਸੋ ਨਿਹਾਲ। ਜਦੋਂ ਆਈ ਮਾਲਵੇ ਦੀ ਵਾਰੀ ਤਾਂ ਮਾਲਵੇ ਤੇ ਉਹ ਕਹਿੰਦੇ ਯਾਰ ਮਾਲਵੇ ਵਾਲੇ ਤੁਸੀਂ ਤਾਂ ਗੜੀ ਪਾਤੇ, ਤੇ ਇੱਕ ਥੱਲੋਂ ਕਹਿੰਦਾ ਬੋਲਾ ਸੋ ਨਿਹਾਲ ਸਾਸੇ ਉਹ ਬਾ ਕਹਿੰਦੇ ਸੀਟਾਂ ਤਾਂ ਸਾਰੀਆਂ ਹਰੀ ਜਾਂਦੇ ਹੋ ਜਕਾਰੇ ਵਾਲੀ ਇਹ 'ਚ ਕਿਹੜੀ ਗੱਲ ਆ। ਉਹ ਫਿਰ ਮੈਂ ਸੀ ਸਟੇਜ ਕੰਡਕਟ ਕਰਦਾ, ਮੈਂ ਆਖਿਆ ਜੀ ਜਦੋਂ ਜਿੱਤਦੇ ਸੀ ਜਕਾਰਾ ਤਾਂ ਢਿੱਡ ਤੋਂ ਉਦੋਂ ਉੱਠਿਆ, ਇਹ ਆਉਂਦਾ ਥੋੜਾ ਜਿਹਾ ਲੇਟ ਹੋ ਗਿਆ, ਮਾਲਵੇ ਦੇ ਵਿੱਚ ਆ ਕੇ ਨਿਕਲ ਗਿਆ। ਸੋ ਇਹ ਗੱਲਾਂ ਉੱਥੋਂ ਹੀ ਹੋ ਜਾਂਦੀਆਂ। ਮੈਂ ਤੁਹਾਨੂੰ ਹੋਰ ਹਸਾਉਣ ਵਾਲੀ ਗੱਲ ਚਲਾਉਣਾ, ਪੁਰਾਣੀ ਗੱਲ ਆ ਕਿਉਂਕਿ ਲੰਮੇ ਸਮੇਂ ਤੋਂ ਚੱਲਦੇ ਸੀਗੇ, ਸ਼ਾਇਦ ਇਹ ਵੀ 2005 ਦੀ ਗੱਲ ਹੋਊਗੀ, ਤੇ ਸਾਡੇ ਰੈਲੀ ਸੀ ਸਰਦੂਲਗੜ੍ਹ, ਤੇ ਬਾਦਲ ਸਾਹਿਬ ਨੇ ਵੀ ਆਉਣਾ ਸੀ, ਤੇ ਬਾਦਲ ਸਾਹਿਬ ਕਿਸੇ ਕਰਕੇ ਆ ਨਹੀਂ ਸਕੇ, ਬੀਬਾ ਸੁਰਿੰਦਰ ਕੌਰ ਬਾਦਲ ਆਏ, ਤਾਂ ਇੱਕ ਨੂੰ ਅਸੀਂ ਬੋਲਣ ਦਾ ਮੌਕਾ ਦੇ ਤਾ, ਸਟੇਜ ਤੋਂ ਆਗੂ ਸੀ, ਕਿਉਂਕਿ ਉੱਥੇ ਬੜੀ ਘੁਸੁੰਨ ਮੁੱਕੀ ਚੱਲਦੀ ਆ ਵੀ ਮੇਰਾ ਨਾਂ ਬੋਲ, ਮੈਨੂੰ ਟਾਈਮ ਦੇ, ਮੈਂ ਤਾਂ ਉਦੋਂ ਬੋਲਣਾ ਜਦੋਂ ਵੱਡਾ ਲੀਡਰ ਆਊਗਾ। ਇਹ ਜਿਹੜੀਆਂ ਪਿਛਲੀਆਂ ਗੱਲਾਂ ਹੁੰਦੀਆਂ ਤੁਹਾਨੂੰ ਪਤਾ, ਜੇ ਪਹਿਲਾਂ ਬੋਲ ਦੋਗੇ ਅਗਲਾ ਐਂ ਕਰੀ ਜਾਂਦਾ ਵੀ ਮੈਂ ਨਹੀਂ ਬੋਲਣਾ ਜਿੰਨਾ ਚਿਰ ਲੀਡਰ ਨਹੀਂ ਆਉਂਦਾ, ਤੂੰ ਮੈਨੂੰ ਪਹਿਲਾਂ ਹੀ ਨਿਪਟਾਉਣ ਨੂੰ ਫਿਰਦਾ।
ਕਈ ਸਿਆਸੀ ਬੰਦੇ ਸਾਡੇ ਨਾਲ ਹੁੰਦੀ ਰਹੀ ਆ ਵੀ ਜਿਹੜਾ ਚੰਗਾ ਬੋਲਦਾ ਵੀ ਜਦੋਂ ਵੱਡਾ ਲੀਡਰ ਆ ਗਿਆ ਉਹਦੇ ਪਤਾ ਨਾ ਲੱਗ ਜੇ ਵੀ ਬੁਲਾਰਾ ਵੀ ਹੈਗਾ ਇਹ 'ਚ ਗਾਉਣਾ, ਇਹਨੂੰ ਪਹਿਲਾਂ ਹੀ ਨਿਮਟਾ ਦਿਓ ਵੀ ਉਹਦੇ ਅੱਖਾਂ ਤੇ ਨਾ ਚੜ ਜੇ ਜਾਂ ਉਹਦੀ ਨਿਗਾਹ 'ਚ ਨਾ ਆ ਜੇ। ਉਹ ਜਦੋਂ ਇੱਕ ਬੋਲੀ ਜਾਵੇ ਤਾਂ ਜੋਸ਼ 'ਚ ਆ ਗਿਆ, ਬੀਬਾ ਸੁਰਿੰਦਰ ਕੌਰ ਬਾਦਲ ਬੈਠੇ ਤਾਂ ਉਹ ਕਰੀਏ ਪ੍ਰਕਾਸ਼ ਕੌਰ ਬਾਦਲ ਜਿੰਦਾਬਾਦ, ਪ੍ਰਕਾਸ਼ ਕੌਰ ਬਾਦਲ ਜਿੰਦਾਬਾਦ। ਉਹ ਥੱਲੋਂ ਖਿੱਚਿਆ ਇੱਕ ਨੇ ਮਾੜਾ ਜਿਹਾ, ਉਹਨੇ ਤਾਂ ਦੱਸਦਾ ਸੀ ਪ੍ਰਕਾਸ਼ ਕੌਰ ਬਾਦਲ ਨਹੀਂ ਸੁਰਿੰਦਰ ਕੌਰ ਬਾਦਲ। ਉਹ ਕਹਿੰਦਾ ਪਜਾਮਾ ਭਾਵੇਂ ਖਿੱਚ ਖਿੱਚ ਕੇ ਲਾ ਦੇ, ਨਾਰੇ ਲਾਉਣਾ ਤਾਂ ਹਟਦਾ ਨਹੀਂ ਤੇ ਨਾ ਬੋਲਣੋਂ ਹਟਾ। ਸੋ ਕਈ ਗੱਲਾਂ ਉੱਥੇ ਆਪ ਹੀ ਰੂਮਰ ਪੈਦਾ ਹੋ ਜਾਂਦਾ ਜਦੋਂ ਜੇ ਉਹਨੂੰ ਤੁਸੀਂ ਦੇਖੋਗੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਉਹ ਪਿੱਛੇ ਦਾ ਨਹੀਂ ਪਤਾ ਲੱਗਦਾ ਵੀ ਉਹ ਜਿਹੜੇ ਬੈਠੇ ਹੁੰਦੇ ਆ ਜਿੰਨੇ ਵਰਕਰ ਬੈਠੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੋਈ ਕੀ ਜਾਂਦਾ, ਬਟ ਉਹ ਹੋਈ ਜਾਂਦੀਆਂ ਸਟੇਜ ਤੇ ਜਾਂਦੀਆਂ ਹੁੰਦੀਆਂ। ਮੈਂ ਹੋਰ ਕਹਿੰਦਾ ਉਹਨਾਂ ਵੀ ਇੱਕ ਆਪਾਂ ਵੱਡਾ ਉਹ ਪਾ ਦਿੰਦੇ ਆ ਜਿਵੇਂ ਲਿਆਉਂਦੇ ਆ ਫੁੱਲ ਮਾਲਾ ਹਾਰ, ਉਹ ਹਾਰ 'ਚ ਗਲ ਪਸਾਉਣ ਵਾਸਤੇ ਵੀ ਹਾਰ ਟੁੱਟ ਜਾਂਦਾ ਕਈ ਵਾਰੀ ਉਹ ਹਾਰ ਛੋਟਾ ਹੁੰਦਾ ਗਾਲਾਂ ਲੱਗਦਾ ਮੈਂ ਨਾ ਪਿੱਛੇ ਰਹਿ ਜਾ, ਕਿਉਂਕਿ ਫੋਟੋ ਮੀਡੀਆ ਬੜੀ ਚੀਜ਼ ਆ, ਫੋਟੋ ਗਾਲਾਂ ਲੈਂਦੀ ਆਉਣੀ ਆ ਤੇ ਜੇ ਗਾਲ ਪਸਾਉਂਦੇ ਉਹ ਕਈ ਵਾਰੀ ਹਾਰ ਟੁੱਟਣ ਦੀ ਨੌਬਤ ਵੀ ਆ ਜਾਂਦੀ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਉੱਥੇ ਹੀ ਹੁੰਦੀਆਂ, ਸਟੇਜ ਤੇ ਹੋਈ ਜਾਂਦੀਆਂ ਨੇ, ਇੱਕ ਤਾਂ ਘੜੀਆਂ ਨਹੀਂ ਹੁੰਦੀਆਂ ਉੱਥੋਂ ਹੀ ਨਿਕਲਦੀਆਂ ਨੇ। ਤੁਸੀਂ ਐਨਕਾਂ ਉਨਕਾਂ ਵੀ ਬਦਲ ਦਿੰਦੇ ਸੀ ਕੋਈ ਲੋਕਾਂ ਦੀਆਂ? ਉਹ ਮੈਂ ਤੁਹਾਨੂੰ ਬੜੀ ਸੁਹਾਉਣ ਵਾਲੀ ਗੱਲ ਆ, ਕਿਉਂਕਿ ਜਦੋਂ ਇਹ ਬੜੇ ਜਿਹੜੀ ਰਾਜਨੀਤੀ 'ਚ ਨਾ ਜੀ, ਰਾਜਨੀਤੀ 'ਚ ਇੱਕ ਗੱਲ ਮੈਂ ਕਹਿਣੀ ਚਾਹੂੰਗਾ, ਜਿਹੜੇ ਆਮ ਘਰਾਂ ਦੇ ਵਿੱਚੋਂ ਉੱਠ ਕੇ ਮਿਹਨਤ ਕਰਦੇ ਆ ਉਹਨਾਂ ਲਈ ਐਸਟੈਬਲਿਸ਼ ਹੋਣਾ ਬਹੁਤ ਔਖਾ। ਉਹ ਮੈਂ ਕਿਸੇ ਨੇ ਕਹਿਣ ਦਾ ਮਤਲਬ ਕਿ ਉਹਨਾਂ ਕੁ ਚੀਜ਼ ਚਿਰ ਵਰਤਦਾ ਜਿੰਨਾ ਕੁ ਚਿਰ ਅਸੀਂ ਜੀ ਕਹਿੰਦੇ ਆ, ਜਿੰਨਾ ਚਿਰ ਸਾਨੂੰ ਰਾਜਨੀਤੀ ਦੀ ਸਮਝ ਨਹੀਂ ਆਉਂਦੀ। ਤੇ ਜਦੋਂ ਤੁਹਾਡਾ ਟੈਲੈਂਟ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਤੁਹਾਡੀ ਪ੍ਰਤਿਭਾ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਤੁਹਾਨੂੰ ਉੱਥੋਂ ਪਾਸੇ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਇਹਦਾ ਪਤਾ ਨਾ ਲੱਗ ਜੇ। ਹੁਣ ਮੈਂ ਇੱਕ ਸਟੇਜ ਪਹਿਲਾਂ ਕੰਡਕਟ ਕਰਨੀ ਸੀ ਤੇ ਮੈਨੂੰ ਸਟੇਜ ਦਾ ਮੌਕਾ ਨਾ ਮਿਲੇ ਤੇ ਮੈਂ ਆਖਿਆ ਵੀ ਸਟੇਜ ਮੈਂ ਚਲਾਉਣੀ ਆ ਤੇ ਮੇਰੇ ਜ਼ਿਆਦਾ ਪੁਰਾਣਾ ਸੁਖਬੀਰ ਬਾਦਲ ਜੀ ਨੇ ਆਉਣਾ ਸੀਗਾ, ਸਾਡਾ ਪ੍ਰੋਗਰਾਮ ਸੀ ਤੇ ਮੈਂ ਖੜ ਗਿਆ ਮੈਂ ਨਾਲ ਤੇ ਮੈਨੂੰ ਸਟੇਜ ਤੋਂ ਕਰਤਾ ਪਾਸੇ। ਤਾਂ ਮੇਰੇ ਤਾਂ ਜਿਹੜੇ ਸੁਪਨੇ ਹੁੰਦੇ ਆ ਵੀ ਆਪਾਂ ਸਟੇਜ ਚਲਾਉਣੀ ਸੀ, ਚਲੋ ਮੈਂ ਕੋਈ ਨਾ ਲਾਉਣੇ ਕੋਈ ਦਾਦੂ। ਤਾਂ ਕੀ ਸੀ ਉਹ ਪ੍ਰੋਗਰਾਮ ਸੀਗਾ ਸ਼ਾਮ ਦਾ, ਲਾਈਟ ਚੱਲਦੀ ਸੀ, ਲੇਟ ਹੋ ਗਿਆ ਸੀ ਥੋੜਾ ਜਿਹਾ, ਇਲੈਕਸ਼ਨ ਦਾ ਟਾਈਮ ਸੀ। ਤਾਂ ਜਿਹੜਾ ਸਾਡਾ ਸਟੇਜ ਚਲਾ ਰਿਹਾ ਸੀਗਾ ਤਾਂ ਕੁਝ ਬੰਦੇ ਨੇ ਸ਼ਾਮਲ ਕਰਦੇ ਵੀ ਫਲਾਨਾ ਇੰਨੇ ਸਾਥੀਆਂ ਸਮੇਤ ਆ ਰਿਹਾ, ਇੱਕ ਲਿਸਟ ਬਣੀ ਹੁੰਦੀ ਆ ਤੇ ਉਹਨਾਂ ਨੂੰ ਸਰੋਪਾ ਦੇਣੇ ਸੀਗੇ ਤੇ ਨਾਮ ਬੋਲਣੇ ਸੀ। ਉਹ 10 ਕੁ ਬੰਦੇ ਸ਼ਾਮਲ ਕਰਕੇ ਫਿਰ ਦੂਜਾ ਇਹਨਾਂ ਸਪੀਚ ਵਾਲੇ ਦਾ ਨਾਮ ਬੋਲ ਦਿੰਦੇ ਸੀ, ਹੁਣ ਉਹਨੇ ਬੋਲਣਾ। ਤੇ ਮੈਂ ਵੇਖਿਆ ਵੀ ਜਿਹੜਾ ਬੰਦਾ ਸਟੇਜ ਚਲਾ ਰਿਹਾ ਸੀਗਾ ਵੀ ਉਹਨੂੰ ਐਨਕ ਤੋਂ ਬਿਨਾਂ ਦਿਸਦਾ ਨਹੀਂ। ਤੇ ਮੈਂ ਕਿਹਾ ਵੀ ਆਪਾਂ ਸਟੇਜ ਹੁਣ ਵਾਰੀ ਆਏ ਆਊਗੀ ਵੀ ਇਹ ਗਾਂ ਵਾਲੀ ਲਿਸਟ ਤਾਂ ਬੋਲੂ ਜੇ ਇਹਦੀ ਐਨਕ ਲੱਗੀ ਹੋਊਗੀ ਨਾ ਤਾਂ ਪੜ੍ਹੇ ਜਾਣਗੇ। ਉਹ ਜੋ ਬੋਲ ਕੇ ਹਟ ਗਿਆ ਉਹ ਐਨਕ ਉੱਥੇ ਜਿਹੜਾ ਸੀਗਾ ਆਪਣਾ ਲੈਕਚਰ ਸਟੈਂਡ ਤੇ ਰੱਖ ਦਿੰਦੇ ਸੀ। ਬਾਪਾ ਚੱਕੀ ਮੈਂ ਚੱਕ ਕੇ ਗੀਜੇ 'ਚ ਪਾ ਲਈ ਤੇ ਜਦੋਂ ਦੂਜੇ ਬੋਲਣ ਦਾ ਟਾਈਮ ਉਹਨੂੰ ਐਨਕ ਲੱਭੇ ਨਾ, ਉਹ ਮੂਹਰੇ ਉਹ ਪੜਿਆ ਨਾ ਜਾਵੇ ਕੌਣ, ਮੈਂ ਹੀ ਤੁਸੀਂ ਐਨਕ ਲੱਭੋ ਨਜ਼ਰ ਮੈਂ ਸਟੇਜ ਚਲਾਉਣਾ। ਫਿਰ ਐਂ ਵਾਰੀ ਲੈਣੀ ਪੈਂਦੀ ਹੈ ਧੱਕੇ ਨਾਲ, ਦਿੰਦਾ ਕੋਈ ਨਹੀਂ। ਅੱਛਾ, ਉਹ ਜਿਹੜੇ ਸਾਥੀਆਂ ਸਮੇਤ ਹੁੰਦੇ ਆ ਇੰਨੇ ਸਾਥੀਆਂ ਨਾਲ ਸ਼ਾਮਲ ਹੋਏ ਜਾਂ ਹੋਰ ਹੋਏ, ਉਹਦੀ ਕਹਾਣੀ ਕੀ ਹੁੰਦੀ ਹੈ? ਉਹ ਸੁਖਨੇਵ ਜੀ ਇਸ ਤਰ੍ਹਾਂ ਹੁੰਦਾ ਨਾ, ਅਸੀਂ ਜਿਹੜਾ ਸਟੇਜ ਚਲਾਉਂਦਾ ਤਾਂ ਰਾਜਨੀਤੀ ਵਿੱਚ ਤੁਹਾਨੂੰ ਦੱਸਾਂ ਵੀ ਇੱਕ ਗੱਲ, ਜਿਹੜੇ ਤਾਂ ਬੰਦੇ ਲੈ ਕੇ ਆਉਂਦੇ ਆ ਬੰਦਿਆਂ ਨੂੰ, ਵਰਕਰਾਂ ਨੂੰ ਲੈ ਕੇ ਆਉਂਦੇ ਆ, ਉਹ ਤਾਂ ਵਿਚਾਰੇ ਪਿੱਛੇ ਹੀ ਰਹਿ ਜਾਂਦੇ ਆ ਕਿਉਂਕਿ ਉਹਨਾਂ ਨੂੰ ਸਾਂਭਣਾ ਹੁੰਦਾ। ਪਿੰਡਾਂ ਦੇ ਵਿੱਚੋਂ ਟਰਾਲੀਆਂ ਤੇ ਲੈ ਕੇ ਆਉਣੇ, ਟਰੱਕਾਂ ਤੇ ਲੈ ਕੇ ਆਉਣੇ, ਫਿਰ ਉਹਨਾਂ ਦਾ ਬੈਠਣ ਦਾ ਪ੍ਰਬੰਧ, ਉਹਨਾਂ ਨੂੰ ਪਾਣੀ ਮਿਲ ਗਿਆ ਕਿ ਨਹੀਂ ਮਿਲ ਗਿਆ, ਉਹਨਾਂ ਨੇ ਤਾਂ ਫਿਰ ਲਾਂਭਾ ਦੇਣਾ ਵੀ ਤੂੰ ਲੈ ਕੇ ਗਿਆ ਸਾਡੇ ਕੋਲੇ, ਉਹ ਤਾਂ ਉਹਨਾਂ ਦੀ ਦੇਖਭਾਲ 'ਚ ਰਹਿ ਜਾਂਦੇ ਆ। ਫਿਰ ਉਹਨਾਂ ਦੀ ਹਾਜ਼ਰੀ ਕਿਵੇਂ ਲੱਗੇ, ਹੁਣ ਸਟੇਜ ਤੇ ਉਹ ਆ ਨਹੀਂ ਸਕਦੇ ਵਿਚਾਰੇ, ਉੱਥੇ ਬੈਠੇ ਹੁੰਦੇ ਆ। ਤਾਂ ਫਿਰ ਜਿਹੜਾ ਵੀ ਸਟੇਜ ਸੈਕਟਰੀ ਹੁੰਦਾ ਉਹਦਾ ਹੁੰਦਾ ਵੀ ਫਲਾਨਾ, ਉਹਨੂੰ ਪਤਾ ਜੇ ਉਹ ਲੋਕਾਂ ਨਾਲ ਜੁੜਿਆ ਹੋਇਆ, ਉਹਨੂੰ ਲੱਗਦਾ ਵੀ ਸੁਖਨੈਬ ਬਹੁਤ ਬੰਦੇ ਲੈ ਕੇ ਆ ਯਾਰ ਮੈਂ ਹਾਜ਼ਰੀ ਲਵਾਉਣੀ ਆ ਤੇ ਕਿਵੇਂ ਆ ਵੀ ਉਹ ਭਾਈ ਉਹ ਸੁਖਨੈਬ ਬਹਿ ਗਏ ਤੇਰੇ ਬੰਦੇ, ਤੂੰ ਬੜੇ ਲੈ ਕੇ ਆ ਇੱਧਰਲੇ ਪਾਸੇ ਬਿਠਾ ਦੇ, ਉਹ ਲੀਡਰਸ਼ਿਪ ਨੂੰ ਹਾਜ਼ਰੀ ਲਵਾ ਦਿੰਦਾ ਸਟੇਜ ਸੈਕਟਰੀ ਤੇ ਉਹਦੀ ਹਾਜ਼ਰੀ ਆ ਲੱਗ ਜਾਂਦੀ। ਦੇਖਿਆ ਵੀ ਮੇਰਾ ਨਾਂ ਬੋਲਦੇ ਆ ਉੱਥੇ। ਤੇ ਕਈ ਵਾਰੀ ਵੀ ਕੁਛ ਇਹੋ ਜਿਹੀ ਵੀ ਹੁੰਦੇ ਇਕੱਲੇ ਆਉਂਦੇ ਆ, ਕੂਣੀ ਮਾਰੀ 5 ਵਾਰੀ ਗਨਮਨ ਲਾਹ ਤੇ ਉਹ ਸਟੇਜ ਤੋਂ ਥਾਂ ਨਹੀਂ ਮਿਲਿਆ, ਪਰ ਜਿਨ੍ਹਾਂ ਨੇ ਸਟੇਜ ਤੇ ਬਹਿਣਾ ਥੋੜੀ ਜਿਹੀ ਥਾਂ ਬਣਾ ਕੇ ਬਹਿ ਹੀ ਜਾਂਦੇ ਆ, ਭਾਵੇਂ 5 ਵਾਰੀ ਚੜ੍ਹਨਾ ਪੈ ਜੇ ਉਹਨਾਂ ਨੂੰ, ਉਹਨਾਂ ਨੇ ਸਟੇਜ ਤੇ ਆ ਹੀ ਜਾਣਾ ਹੁੰਦਾ। ਪਰ ਜਿਹੜੇ ਮਿਹਨਤ ਕਰਨ ਵਾਲੇ ਉਹ ਸਟੇਜ ਤੇ ਨਹੀਂ, ਉਹ ਪਿੱਛੇ ਕੰਮ ਕਰਨ ਵਾਲਿਆਂ 'ਚ ਬਹਿੰਦੇ ਆ, ਆਪਦੇ ਵਰਕਰਾਂ ਦਾ ਖਿਆਲ ਰੱਖਦੇ ਆ। ਰੈਲੀ ਤੋਂ ਬਾਅਦ ਇੱਕ ਤੁਹਾਨੂੰ ਹੋਰ ਦੱਸਦੇ ਆ, ਰੈਲੀ ਤੋਂ ਬਾਅਦ ਰੈਲੀ ਤਾਂ ਹੋ ਜਾਂਦੀ ਹੈ ਖਤਮ, ਜਿਹੜਾ ਲੈ ਕੇ ਆਇਆ ਉਹਦੀ ਤਾਂ ਫਿਰ ਉਹਨਾਂ ਚਿਰ ਡਿਊਟੀ ਹੈ ਜਿੰਨਾ ਚਿਰ ਉਹਨਾਂ ਨੂੰ ਘਰੇ ਨਹੀਂ ਜਾ ਕੇ ਸ਼ਾਮ ਤੱਕ ਛੱਡਦਾ, ਉਹਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੈ। ਰੈਲੀ 2 ਘੰਟਿਆਂ ਦੀ ਸਮਾਪਤ ਹੋ ਜਾਂਦੀ। ਗੁਪਤ ਮਸਲਾ ਸਾਂਝੇ ਕਰਦੇ ਹੋਏ ਜਿਹੜਾ ਸਾਡੇ ਮੀਡੀਆ ਵਾਲੇ ਲਿਖਦੇ, 2 ਜਣਿਆਂ ਦੀਆਂ ਫੋਟੋਆਂ ਜਿਹੀਆਂ ਲੱਗੀਆਂ ਹੁੰਦੀਆਂ, ਉਹ ਕੀ ਹੁੰਦਾ? ਉਹ ਪਤਾ ਨਹੀਂ, ਤੁਸੀਂ ਮੀਡੀਆ ਨੇ ਵਧੀਆ ਗੱਲ ਬਣਾਤੀ, ਉਹ ਮੇਰੇ ਵਰਗੇ ਨੇ ਪਹਿਲਾਂ ਗੱਲ ਕਰੀ ਹੁੰਦੀ ਆ ਜ਼ਿਆਦਾਤਰ ਤਾਂ, ਉਹ ਮੂਹਰੋਂ ਭਾਵੇਂ ਅਗਲਾ ਲੀਡਰ ਗੱਲ ਵੀ ਨਾ ਕਰੇ ਕਿ ਐਂ ਜੇ ਕਰ ਲੈਂਦੇ ਆ। ਤੇ ਮੇਰੇ ਯਾਦ ਹੈਗਾ ਇੱਕ ਅਸੀਂ ਰੈਲੀ ਕੀਤੀ, ਅੱਗੇ ਇਕੱਠ ਨਾ ਹੋਇਆ ਤਾਂ ਜਿਹੜੇ ਲੀਡਰ ਸਾਹਿਬਾਨ ਆਏ ਸੀ ਉਹਨੇ ਜਿਹੜੇ ਇੰਚਾਰਜ ਸੀਗੇ ਵੀ ਤੂੰ ਮੈਨੂੰ ਇੰਨੀ ਦੂਰੋਂ ਬੁਲਾਇਆ ਵੀ
ਇਕੱਠ ਤੇਰਾ ਹੈ ਨਹੀਂ। ਤੇ ਉਹ ਮੈਂ ਇੱਕ ਸਾਈਡ ਤੇ ਮੈਂ ਬੈਠਾ ਸੀ, ਦੂਜੀ ਸਾਈਡ ਤੇ ਉਹ ਲੀਡਰ ਸਾਹਿਬਾਨ ਬੈਠੇ ਸੀ ਜਿਨ੍ਹਾਂ ਨੇ ਰੈਲੀ ਦਾ ਸਾਰਾ ਅਰੇਂਜਮੈਂਟ ਕੀਤਾ ਸੀ। ਉਹ ਉਹਨੂੰ ਕੰਨ 'ਚ ਕਹਿੰਦੇ ਵੀ ਦੇਖ ਲਾ ਮੈਂ ਤੈਨੂੰ ਹਟਾ ਦੇਣਾ, ਤੇਰੇ ਨਾਲ ਵੀ ਬਹੁਤ ਕੁਝ ਕਿਹਾ। ਮੈਂ ਜਾਣ ਕੇ ਨੇੜੇ ਹੋ ਗਿਆ ਵੀ ਮੈਂ ਸੁਣ ਰਿਹਾ, ਵੀ ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਪਤਾ ਲੱਗ ਗਿਆ। ਤੇ ਦੂਜੇ ਦਿਨ ਕੈਪਸ਼ਨ ਪਤਾ ਕੀ ਲੱਗੇ ਹੋਏ ਸੀਗੇ ਵੀ ਫਲਾਨਾ ਸਿੰਘ ਫਲਾਨੇ ਨਾਲ ਨੁਕਤਾ ਸਾਂਝਾ ਕਰਦਾ। ਮੈਂ ਨੁਕਤਾ ਕਿੱਥੋਂ ਕੱਢੀ, ਤਾਂ ਗਾਲਾਂ ਜਾਂਦੇ ਸੀ। ਉਹ ਫਿਰ ਰਾਜਨੀਤੀ 'ਚ ਇਹ ਗੱਲ ਨੂੰ ਮੋੜਵਾਂ ਰੂਪ ਦੇ ਦਿੰਦਾ, ਵਿੱਚੋਂ ਗੱਲ ਨੂੰ ਫਿਰ ਪਤਾ ਨਹੀਂ ਲੱਗਦਾ ਵੀ ਹੋਈ ਕੀ ਆ। ਅੱਛਾ, ਜਦੋਂ ਵੋਟਾਂ ਵਗੈਰਾ ਪੈਂਦੀਆਂ, ਨੋਟ ਨਾਟ ਵੰਡਣੇ ਪੈਂਦੇ ਆ ਜਾਂ ਹੋਰ, ਉਹਦੇ ਹਿਸਾਬ ਕਿਤਾਬ ਨੂੰ ਲੈ ਕੇ ਵੀ ਕੋਈ ਗੱਲਾਂ ਨਹੀਂ ਹੈਗੀਆਂ? ਦੇਖੋ ਸੁਖਨੈਬ ਜੀ, ਜਿਹੜੀ ਇਹ ਆ ਨਾ, ਇਹ ਗੱਲ ਹੈ ਤਾਂ ਕੌੜਾ ਸੱਚ ਆ। ਦੇਖੋ ਕੋਈ ਬੰਦਾ ਮੰਨੂ ਨਹੀਂ। ਦੇਖੋ ਅੱਜ ਕਹਿੰਦਾ ਮੈਂ ਕਹਿੰਦਾ ਵੀ ਜਿਹੜਾ ਇੰਡੀਆ ਦਾ ਲੋਕਤੰਤਰ ਆ ਇਹਦੇ ਵਿੱਚ ਇਹ ਸਭ ਕੁਝ ਚੱਲਦਾ ਇਹ ਆ, ਬਟ ਇਹਦਾ ਕੀ ਇਕੱਲੇ ਨੋਟ ਕੀ, ਹੁਣ ਤਾਂ ਸਿਆਸਤ ਇੱਥੋਂ ਤੱਕ ਆ ਗਈ ਵੀ ਸੂਟ ਵੀ ਦੇਣੇ ਪੈਂਦੇ ਆ। ਸੂਟ ਦਿਓ, ਜੁੱਤੀ ਲੈ ਕੇ ਦੇਣੀ ਪੈਂਦੀ ਆ ਕਿਸੇ ਨੂੰ, ਤੇ ਕਿਸੇ ਨੂੰ ਕੁਛ ਕੁ ਲੈ ਕੇ ਦੇਣਾ ਪੈਂਦਾ। ਜਾਣੀ ਕਿ ਇੱਕ ਮੈਂ ਹੋਰ ਕਹਿਣਾ ਵੀ ਜੇ ਉਹਨਾਂ ਦਿਨਾਂ ਦੇ ਵਿੱਚ ਕਿਸੇ ਦਾ ਬਜ਼ੁਰਗ ਬਿਮਾਰ ਵੀ ਹੋ ਗਿਆ ਤਾਂ ਉਹਨੂੰ ਗੱਡੀ ਲੈ ਕੇ ਦਿਓ, ਹਸਪਤਾਲ ਜਾਣਾ ਉਹਨੂੰ ਤੇਲ ਪਵਾ ਕੇ ਦਿਓ। ਜੇ ਕਿਸੇ ਦੀ ਕੋਈ ਡਿਲੀਵਰੀ ਆਉਂਦੀ ਆ ਉਹ ਵੀ ਕਹਿੰਦੇ ਵੀ ਸਾਨੂੰ ਲੈ ਕੇ ਜਾਓ। ਇਹ ਜਾਣੀ ਕਿ ਮੈਂ ਕਹਿੰਦਾ ਜਿਹੜੀ ਰਾਜਨੀਤੀ ਲੋਕਤੰਤਰ ਦਾ ਜਿਹੜਾ ਇੱਕ ਤਰ੍ਹਾਂ ਦਾ ਘਾਣ ਹੋ ਰਿਹਾ ਗਾ, ਜਿਹੜੀ ਤਵੱਕੋ ਵੱਧ ਰਹੀ ਆ ਲੋਕਾਂ ਤੋਂ ਵੀ ਕੇਰਾਂ ਚੂੰਡ ਲਓ। ਫਿਰ ਜਿਹੜਾ ਬੰਦਾ ਇਹੋ ਜਿਹਾ ਕੁਝ ਕਰਦਾ ਫਿਰ ਉਹ ਅੱਗੇ ਜਾ ਕੇ ਤੁਹਾਨੂੰ ਪਤਾ ਵੀ ਜੇ ਉਹ ਤੋਂ ਐਕਸਪੈਕਟੇਸ਼ਨ ਕਰੀਏ ਵੀ ਲੋਕਾਂ ਦੇ ਕੰਮ ਕਰੂ, ਲੋਕਾਂ 'ਚ ਵਿਚਰੂ, ਔਖਾ। ਪਰ ਹੋ ਸਭ ਕੁਝ ਰਿਹਾ। ਜਿਵੇਂ ਇਹ ਹੁੰਦਾ ਕਿ ਤੁਸੀਂ ਇੱਕ ਪਾਰਟੀ ਛੱਡਤੀ, ਦੂਜੀ 'ਚ ਆ ਗਏ। ਪਹਿਲੀ ਵਾਰ ਉਹ ਦੂਜੀ ਪਾਰਟੀ ਆ, ਮਤਲਬ ਕਿਸੇ ਵੀ ਆਪਾਂ ABC ਦੀ ਗੱਲ ਕਰ ਲਈਏ, ਉਹਦੇ ਖਿਲਾਫ ਤੁਸੀਂ ਬਹੁਤ ਸਾਰੇ ਦੋਸ਼ ਲਾਏ ਹੁੰਦੇ ਆ। ਮੁੜ ਕੇ ਜਦੋਂ ਉਸ ਪਾਰਟੀ 'ਚ ਬੰਦਾ ਸ਼ਾਮਲ ਹੋ ਜਾਂਦਾ ਤੇ ਉਹ ਪਹਿਲਾਂ ਵਾਲੇ ਦੋਸ਼ ਦੱਸਦਾ ਭੁੱਲ ਜਾਂਦਾ, ਫਿਰ ਜਿਹੜੀ ਪਾਰਟੀ 'ਚ ਉਹਨਾਂ ਦੋਸ਼ ਲਾਉਣੇ ਉਹ 'ਤੇ ਸ਼ੁਰੂ ਕਰ ਦਿੰਦਾ। ਤੇ ਉਦੋਂ ਫਿਰ ਕਿਵੇਂ ਜੇ ਹੁੰਦੀ ਸਥਿਤੀ? ਸੁਖਨੈਬ ਜੀ, ਹਰੇਕ ਦਾ ਵੱਖੋ ਵੱਖਰਾ ਗਾ। ਦੇਖੋ ਪਾਰਟੀਆਂ ਦੇ ਵਿੱਚ ਕੀ ਹੁੰਦਾ ਵੀ ਇੱਕ ਹੁੰਦੀ ਹੈ ਵਿਚਾਰਧਾਰਾ ਨਾਲ ਚੱਲਣਾ। ਜਦੋਂ ਤੁਸੀਂ ਉਸ ਵਿਚਾਰਧਾਰਾ 'ਤੇ ਚੱਲੀ ਜਾਂਦੇ ਹੋ ਤਾਂ ਇੰਟਰਨਲ ਤੁਹਾਨੂੰ ਰਹਿ ਕੇ ਪਤਾ ਲੱਗਦਾ ਵੀ ਜੋ ਸਟੇਟਮੈਂਟ ਦਿੱਤੀਆਂ ਜਾ ਰਹੀਆਂ ਨੇ ਜਾਂ ਜੋ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਉਹ ਤੇ ਪਾਰਟੀ ਅੰਦਰੋਂ ਚੱਲ ਨਹੀਂ ਰਹੀ। ਠੀਕ ਹੈ ਨਾ। ਮੈਂ ਹੁਣ ਤੁਹਾਨੂੰ ਇੱਕ ਹੋਰ ਕਹਿਣਾ, ਜਦੋਂ ਤਾਂ ਅਸੀਂ ਕੁਝ ਲੈਣਾਗਾ ਕਰਨਾਗਾ ਫਿਰ ਤਾਂ ਸਾਨੂੰ ਕਹਿਣਗੇ ਵੀ ਤੁਸੀਂ ਕਿਹੜਾ ਜੇਲ੍ਹ ਕੱਟੀ ਆ। ਹੁਣ ਅਸੀਂ ਕਿਹਦੇ ਜਾ ਕੇ ਮੱਲੋ ਮੱਲੀ ਜੇਲ੍ਹ 'ਚ ਵੜ ਜਾਈਏ ਜਦੋਂ ਅਸੀਂ ਕੋਈ ਤੁਹਾਡੇ ਹੁਣ ਮੋਰਚਾ ਹੀ ਨਹੀਂ ਲੱਗਿਆ ਸੀ ਜੇਲ੍ਹ ਵਾਲਾ, ਕੁਝ ਹੋਇਆ ਹੀ ਨਹੀਂ, ਤੇ ਸਾਡਾ ਹੁਣ ਰਿਕਾਰਡ ਆਏ ਤਾਂ ਭਾਵੇਂ ਕਹਿ ਦਈਏ ਜੇਲ੍ਹ ਵਾਲੇ ਨੂੰ ਜਾ ਕੇ ਸਾਨੂੰ ਯਾਰ ਅੰਦਰ ਵਾੜ ਦੇ, ਕਿਉਂ ਭਾਈ ਟਿਕਟ ਲੈਣੀ ਆ। ਇਹ ਕੋਈ ਕ੍ਰਾਈਟੇਰੀਆ ਤਾਂ ਨਹੀਂ ਜੇਲ੍ਹ। ਮੈਂ ਦੂਜੀ ਹੋਰ ਗੱਲ ਦੱਸਦਾ ਵੀ ਜਦੋਂ ਚਲਾਨ ਪਿਆ ਅਮਰਿੰਦਰ ਸਿੰਘ ਨੇ ਕੈਪਟਨ ਦੀ 2002 'ਚ ਸਰਕਾਰ ਬਣੀ ਆ, ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੇਸ ਕਰਕੇ ਅੰਦਰ ਕਰਤੇ, ਤਾਂ ਅਸੀਂ ਪ੍ਰੋਟੈਸਟ ਕਰਨਾ ਸੀ। ਉਸ ਵੇਲੇ ਤਾਂ ਸਾਨੂੰ ਕਿਹਾ ਗਿਆ ਵੀ ਜਿਹੜਾ ਅਰੈਸਟ ਹੋ ਗਿਆ ਜਾਂ ਜਿਹੜਾ ਟਾਰਗੇਟ ਤੇ ਨਾ ਪਹੁੰਚਿਆ ਤਾਂ ਉਹ ਬੰਦਾ ਨਖਿੱਧ ਆ, ਜਾਂ ਕਹਿ ਦਈਏ ਵੀ ਉਹ ਕੰਮ ਨਹੀਂ ਕਰਦਾ, ਕਿਉਂਕਿ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ। ਵੀ ਬੰਦੇ ਲੈ ਕੇ ਜਿਹੜਾ ਟਾਰਗੇਟ ਤੇ ਪਹੁੰਚ ਗਿਆ, ਪ੍ਰੋਟੈਸਟ ਵਾਲੇ ਥਾਂ ਤੇ ਪਹੁੰਚ ਗਿਆ, ਉਹ ਭਾਈ ਸਹੀ ਬੰਦਾ, ਤੇ ਉਹ ਤਾਂ ਅਸੀਂ ਕਰਤਾ, ਉਹਦੇ ਤਾਂ ਅਸੀਂ ਸਹੀ ਹੋ ਗਏ। ਕਈ ਜੇਲ੍ਹ 'ਚ ਵੀ ਵਗ ਗਏ, ਕਈਆਂ ਨੇ ਕਹਿਤਾ ਵੀ ਕਿੱਥੇ ਜਾਵਾਂਗੇ ਯਾਰ, ਪੁਲਿਸ ਨਾਲ ਮਿਲੀ ਭੁਗਤ ਸੀ, ਸਾਨੂੰ ਫੜ ਕੇ ਲੈ ਜਾਓ ਪਿੱਛੋਂ, ਭਾਵੇਂ ਛੱਡ ਦਿਓ। ਅਸੀਂ ਤਾਂ ਐਂ ਗਏ ਵੀ ਅਸੀਂ ਟਾਰਗੇਟ ਤੇ ਪਹੁੰਚ ਗਏ। ਜਿੱਦੇ ਕਿਤੇ ਕੋਈ ਆਉਂਦੀ ਆ ਵੀ ਕੁਝ ਦੇਣਾ, ਉਹਦੇ ਭਾਈ ਤੁਸੀਂ ਜੇਲ੍ਹ 'ਚ ਤਾਂ ਗਏ ਨਹੀਂ, ਜਾਂ ਤਾਂ ਫਿਰ ਉਹਦੇ ਅਸੀਂ ਟਾਰਗੇਟ ਛੱਡ ਦਿੰਦੇ ਜਾਂ ਜੇਲ੍ਹ 'ਚ ਜਾਂਦੇ। ਦੂਜੀ ਦੇਖੋ ਹੋਰ ਡਬਲ ਕੀ ਸਟੈਂਡਰਡ ਰੱਖਦਾ ਵੀ ਤੁਸੀਂ ਅਕਸ ਜੀ ਤੁਹਾਡਾ ਸਾਫ਼ ਹੋਣਾ ਚਾਹੀਦਾ, ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੋ। ਜਿਵੇਂ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਵੀ ਤੁਸੀਂ ਇਸ ਤਰ੍ਹਾਂ ਹੋਣੇ ਚਾਹੀਦੇ, ਇਸ ਤਰ੍ਹਾਂ ਹੋਣੇ ਚਾਹੀਦੇ ਹੋ। ਜਿੱਦਾਂ ਤੁਸੀਂ ਕੋਈ ਟਿਕਟ ਲਈ ਅਪਲਾਈ ਕਰਦੇ ਹੋ ਜਾਂ ਜਿੱਦਾਂ ਤੁਸੀਂ ਲੱਗਦਾ ਵੀ ਮੈਂ ਇੱਥੇ ਕੋਈ ਹੋਰ ਇਲੈਕਸ਼ਨ ਲੜਨੀ ਹੈ, ਜ਼ਿਲ੍ਹਾ ਪ੍ਰੀਸ਼ਦ ਦੀ ਲੜਨੀ ਹੈ ਜਾਂ ਮੈਂ ਫਲਾਨੀ, ਉਹਦੇ ਤੇਰੇ ਕੋਲੇ ਲਾਉਣ ਨੂੰ ਭਾਈ ਕੀ ਆ, ਤੇਰੇ ਕੋਲੇ ਤਾਂ ਹੈ ਹੀ ਨਹੀਂ ਕੁਛ ਲਾਉਣ ਨੂੰ। ਫਿਰ ਉੱਦਾਂ ਵੀ ਮੇਰੀ ਸੇਵਾ ਵੇਖੋ ਨਾ। ਸੋ ਇਹ ਗੱਲਾਂ ਜਿਹੜਾ ਬਿਆਨ ਆਉਂਦੇ ਆ ਉਹਦੇ ਪਿੱਛੇ ਕੁਛ ਹੋਰ ਹੁੰਦਾ, ਜਿਹੜੀ ਉਹ ਗੱਲ ਗਲਤ ਹੁੰਦੀ ਆ। ਤੁਹਾਨੂੰ ਮੈਂ ਬਾਰ-ਬਾਰ ਜਿਵੇਂ ਕਹਿੰਦਾ ਵੀ ਕੱਲ ਨੂੰ ਫਲਾਨੀ ਪਾਰਟੀ 'ਚ ਰਲ ਨਹੀਂ ਸਕਦਾ, ਤੁਹਾਨੂੰ ਤਾਂ ਰਲਣ ਦੀ ਤਿਆਰੀ ਆ। ਉਹ ਖਬਰ ਨੂੰ ਪੁੱਠਾ ਕਰ ਲਓ। ਸੋ ਇਹ ਗੱਲਾਂ ਨੇ ਕਿ ਦੇਖੋ ਸਿਆਸਤ ਦੇ ਵਿੱਚ ਜਿਹੜਾ ਹੈਗਾ ਨਾ, ਅੱਜ ਦੀ ਸਿਆਸਤ ਦੇ ਵਿੱਚ ਇਹ ਹੋ ਗਿਆ ਵੀ ਤੁਸੀਂ ਜੀ ਹਜ਼ੂਰੀ ਕਰੀ ਚੱਲੋ, ਜੀ ਹਜ਼ੂਰੀ ਆ, ਠੀਕ ਹੈ ਜੀ ਠੀਕ ਹੈ। ਜਦੋਂ ਤੁਸੀਂ ਕਹਿਣ ਲੱਗ ਗਏ ਵੀ ਕਿਸੇ ਨੇ ਕਹਿਤਾ ਵੀ ਘੋੜਾ ਜੀ, ਗਧਾ ਇਹ ਕੀ, ਕੁੱਤਾ ਜਿੱਦਾਂ ਤੁਸੀਂ ਕਹਿਣ ਲੱਗ ਗਏ ਨਹੀਂ ਜੀ ਇਹ ਕੁੱਤਾ ਤਾਂ ਹੈ ਨਹੀਂ ਜੀ, ਇਹ ਤਾਂ ਗਧਾ, ਅਗਲਾ ਕਹਿੰਦਾ ਨੂੰ ਗਿਆਨ ਆ ਗਿਆ, ਇਹਨੂੰ ਹੁਣ ਵੱਢ ਦਿਓ। ਬਸ ਜੀ ਹਜ਼ੂਰੀ ਤੇ ਸਿਰ ਨੀਵਾਂ ਕਰਕੇ ਤੁਰੇ ਫਿਰੋ। ਫਿਰ ਤਾਂ ਤੁਸੀਂ ਜੇ ਤਾਂ ਉਹਨਾਂ ਲਈ ਇਹ ਕਰੀ ਜਾਂਦੇ ਹੋ ਠੀਕ ਆ, ਜੇ ਨਹੀਂ ਕਰਦੇ ਫਿਰ ਤੁਹਾਡਾ ਗਲ ਹੋ ਗਿਆ ਤੇ ਸੱਪ ਵਾਂਗੂ ਐ ਡੰਗ ਕੇ ਇਹੋ ਜਿਹਾ ਸਿੱਟਦੇ ਆ ਤੇ ਪਤਾ ਹੀ ਲੱਗਦਾ ਇਹੋ ਜਿਹੀ ਘੁੰਮਣ ਘੇਰੀ ਚ ਆਉਂਦੇ ਜਿਵੇਂ ਵੀ ਨਿਕਲਿਆ ਨਹੀਂ ਜਾਂਦਾ ਫਿਰ ਮੁੜ ਕੇ। ਇੱਕ ਵਾਰੀ ਤੁਸੀਂ ਕਿਸੇ ਲੀਡਰ ਨੂੰ, ਵਿਅਕਤੀ ਨੂੰ ਛਡਾਉਣ ਦੇ ਵਾਸਤੇ ਥਾਣੇ ਵੀ ਗਏ ਸੀ, ਉਹ ਕੀ ਮਾਮਲਾ ਸੀ? ਇੱਕ ਵਾਰੀ ਮੈਂ ਕੋਈ ਕਿਸੇ ਨੂੰ ਗਿਆ ਤਾਂ
ਉਹ ਬੰਦੇ ਨੇ ਕਿਸੇ ਦੀ ਜ਼ਮੀਨ ਦੱਬ ਲਈ, ਬੰਦਾ ਬੈਲੀ ਸੀ ਪੂਰਾ। ਉਹਨੂੰ ਆਖਿਆ, ਕਾਰਗਿਲ ਦੀ ਲੜਾਈ ਸੀਗੀ ਤੇ ਉਦੋਂ ਸੁਣਵਾਈ ਬੜੀ ਸੀ ਆਰਮੀ ਦੀ, ਤੇ ਉਹ ਉੱਤੋਂ ਰਾਸ਼ਟਰਪਤੀ ਉਹ ਚਿੱਠੀ ਆਈ ਤੇ ਉਹ ਛੱਡਦਾ ਨਹੀਂ ਸੀ, ਉਹਨੇ ਪਹਿਲਾਂ ਬਹੁਤ ਦੱਬੀ ਸੀ। ਉਹ ਥਾਣੇਦਾਰ ਨੇ ਉਹਨੂੰ ਆਖਿਆ ਵੀ ਛੱਡ ਦੇ ਮੈਨੂੰ, ਉੱਤੋਂ ਰਾਸ਼ਟਰਪਤੀ ਦੀ ਚਿੱਠੀ ਆਈ ਵੀ ਮੈਂ ਮੁੜਾਉਣੀ ਆ। ਤੇ ਮੁੜ ਕੇ ਤੁਹਾਨੂੰ ਪਤਾ ਬੈਲੀ ਜ਼ਿਆਦਾ ਸਾਧ ਵੀ ਹੋ ਜਾਂਦੇ ਆ, ਉਸ ਪੁੱਛਾ ਪੱਛਾ ਜੀਆਂ ਵੀ ਦੇਣ ਲੱਗ ਗਿਆ ਤੇ ਉਹਨੂੰ ਪੁਲਿਸ ਫੜ ਕੇ ਲੈ ਗਈ। ਤੇ ਮੈਂ ਪਿੱਛੇ ਗਿਆ ਇੱਕ ਦਿਨ ਵੀਰਵਾਰ ਨੂੰ ਉਹਦੇ ਕੋਲੇ ਲੇਡੀਜ਼ ਆਉਂਦੀਆਂ ਸੀ, ਉਹਦੇ ਪੁੱਛਾ ਪੱਛਾ ਦਿੰਦਾ ਸੀ, ਜਿਹੜਾ ਸਿਸਟਮ ਚੱਲਦਾ। ਤੁਹਾਡੀ ਪਾਰਟੀ ਦਾ ਵਰਕਰ ਸੀ? ਹਾਂ, ਸਾਡੀ ਪਾਰਟੀ ਦਾ ਵਰਕਰ ਸੀ। ਤੇ ਪਾਰਟੀ ਦਾ ਵਰਕਰ ਵੀ ਨਾ ਹੋਵੇ, ਕੁਛ ਕਹਿ ਲਓ ਵੀ ਜਿਹੜੇ ਸੰਤ ਕੋਲੇ ਭਾਈ ਆਉਂਦੀਆਂ ਉਹ ਤਾਂ ਸਾਰਿਆਂ ਦਾ ਵਰਕਰ ਹੀ ਹੁੰਦਾ ਨਾ, ਕੰਨਾਂ 'ਚ ਫੂਕ ਮਾਰਨੀ ਹੁੰਦੀ ਆ। ਤੇ ਮੈਂ ਪਿੱਛੇ ਗਿਆ ਤੇ ਮੈਂ ਉਹ ਅੱਗੋਂ ਥਾਣੇਦਾਰ ਵੀ ਬਹੁਤ ਸਖਤ ਸੀ ਤੇ ਉਹ ਮੈਂ ਦੁਪਹਿਰਾ ਗਰਮੀ ਦੇ ਦਿਨ ਤੇ ਉਹ ਕਹਿੰਦਾ ਕੋਈ ਨਾ ਵੀ 4 ਵਜੇ ਜਾ ਕੇ ਉਹਦੇ ਨਾਲ ਗੱਲ ਕਰਦੇ ਆ, ਹਜੇ 2 ਵਜੇ ਆ। ਉਹ ਆਪਦੇ ਕਮਰੇ 'ਚ ਸੀ ਤੇ ਆਪਾਂ ਉਹਨੂੰ ਜਿਹੜੇ ਉਹਦੇ ਮਗਰ ਗਏ ਸੀ ਉਹਨਾਂ ਨੂੰ ਕਾਲ ਵੀ ਜਾ ਕੇ ਕੜਾਹਾ ਕੱਢਣਾਗਾ ਤੇ ਬੀਬੀਆਂ ਆਈਆਂ ਭੰਡਾਰਾ ਕਰਨਾ। ਉਹ ਹਟਣ ਨਾ ਤੇ ਥਾਣੇਦਾਰ ਨੂੰ ਪਤਾ ਲੱਗ ਗਿਆ ਵੀ ਜਿਹੜੇ ਪਿਛਲੇ ਆ ਇਹਨੂੰ ਤੰਗ ਕਰੀ ਜਾਂਦੇ ਆ। ਕਹਿੰਦਾ ਚੱਲ, ਉਹ ਤਾਂ ਜੀ ਉਹਨੂੰ ਕਹਿੰਦਾ ਛੱਡ ਦੇ, ਉਹ ਮੰਨੇ ਨਾ। ਥਾਣੇਦਾਰ ਨੇ ਤਾਂ ਜੀ ਉਹਦੀ ਧੌਣੀ ਲਾਤੀ, ਜਿਵੇਂ ਕਰਦੇ ਆ ਖਾਸਾ ਕੁਛ ਕੀਤਾ। ਚੱਲ ਮੈਂ ਮਿੰਨਤਾਂ ਕਰਕੇ ਜੀ ਵੀ ਟਾਈਮ ਦੇ ਦਿਓ, ਇਹ ਛੱਡ ਦੂਗਾ, ਤੁਸੀਂ ਟਾਈਮ ਕਰ ਲਾਂਗੇ। ਮੈਂ ਲਿਆ ਕੇ ਉਹ ਬੀਬੀ ਵਾਲੇ ਥਾਂ ਤੇ ਮੈਨੂੰ ਕਹਿੰਦਾ ਸਿੱਧਾ ਹੀ ਛੱਡ ਦੇ ਗੱਡੀ ਤੇ। ਜਦੋਂ ਮੈਂ ਉੱਥੇ ਛੱਡਣ ਲੱਗਿਆ ਤੇ ਬੀਬੀਆਂ, ਬਾਬਾ ਲੇਟ ਹੋ ਗਿਆ, ਬੀਬੀਆਂ ਭੱਜੀਆਂ ਆਈਆਂ ਵੀ ਬਾਬਾ ਜੀ ਕਿੱਥੇ ਗਏ? ਕਹਿੰਦਾ ਥਾਣੇਦਾਰ ਦੀ ਮਾਂ ਬਿਮਾਰ ਹੋ ਗਈ ਸੀ, ਦਵਾਈ ਦੇ ਕੇ ਆਇਆਗਾ, ਬਹੁਤ ਔਖੀ ਸੀ। ਮੈਂ ਕਿਹਾ ਵੀ ਇਹ ਸਾਡੇ ਨਾਲ ਵੀ ਚੰਗਾ, ਇਹ ਬਾਬੇ ਨੂੰ ਵੀ ਇਹਦੇ 'ਚ ਹੈਗੀ ਆ ਅਕਲ। ਸੋ ਇਹ ਗੱਲਾਂ ਨਿੱਕੀਆਂ ਨਿਕਲ ਆਉਂਦੀਆਂ। ਇੱਕ ਵਾਰੀ ਤੁਸੀਂ ਥਾਣੇਦਾਰ ਨੂੰ ਧਮਕੀ ਵੀ ਦਿੱਤੀ ਵੀ ਧਰਨਾ ਲਾ ਦਿਆਂਗੇ? ਅਸਲੇ ਤਾਂ ਦੇਖੋ ਜਦੋਂ ਕਰਨਾ ਪੈਂਦਾ ਵਰਕਰਾਂ ਦੇ ਪਿੱਛੇ, ਧਮਕੀ ਵੀ ਨਹੀਂ ਕਹਿ ਸਕਦੇ ਤਾਂ ਸਾਡੇ, ਮੈਂ ਤੁਹਾਨੂੰ ਸੁਣਾਉਣ ਵਾਲੀ ਹੈ ਗੱਲ ਆ। ਪਰ ਤੁਸੀਂ ਦੇਖੋ ਸਿਆਸਤ ਕਿੱਥੋਂ ਤਾਈਂ ਚਲੀ ਗਈ। ਉਹ ਕੋਈ ਕਿਸੇ ਮੇਰਾ ਸੇਠ ਮਦਦ ਕਰਦਾ ਸੀ ਤੇ ਦੀਵਾਲੀ ਤੇ ਸੀਗਾ ਸਿਸਟਮ ਵੀ ਸਾਰਿਆਂ ਨੇ ਪਿੰਡ ਦੇ ਵਿੱਚ, ਕਿਸੇ ਨੇ ਫੁੱਲ ਝੜੀਆਂ ਵੇਚੀਆਂ, ਕਿਸੇ ਨੇ ਅਸਤਬਾਜੀ ਪਟਾਕੇ ਵੇਚੇ। ਤਾਂ ਉਹ ਸਾਡੇ ਪਿੰਡ ਗਰਨਿਆਂ ਨੂੰ ਲੱਗ ਗਈ ਅੱਗ, ਉੱਤੇ ਗਰਨੇ ਰੱਖੇ ਹੁੰਦੇ ਹੈਗੇ। ਜਦੋਂ ਉਹ ਕਹਿੰਦੇ ਵੀ ਹੁਣ ਫਸਾਈਏ ਕਿਹਨੂੰ ਫਸਾਈਏ, ਵੀ ਉਹ ਵਿਰੋਧੀ ਧਿਰ ਦਾ ਸੇਠ ਆ, ਵੀ ਉਹ ਅਕਾਲੀ ਦਲ ਨਾਲ ਚੱਲਦਾ ਸੀ ਉਸ ਟਾਈਮ, ਉਹਨੂੰ ਫੜ ਕੇ ਲੈ ਗਏ। ਮੈਂ ਪਿੱਛੇ ਚਲਾ ਗਿਆ ਵੀ ਮੈਂ ਕਿਹਾ ਜੀ ਇਹਨੂੰ ਕਿਉਂ ਫੜਿਆ? ਕਹਿੰਦੇ ਵੀ ਅੱਗ ਲੱਗ ਗਈ ਅਸਤਬਾਜੀ। ਮੈਂ ਕਿਹਾ ਅਸਤਬਾਜੀ ਤਾਂ ਸਾਡੇ ਪਿੰਡ 'ਚ 7-8 ਦੁਕਾਨਾਂ ਨੇ, ਇਹ ਕਿਵੇਂ? ਇਹਦਾ ਮਾਰਕਾ ਲੱਗਿਆ ਹੋਇਆ ਸੀ ਵੀ ਇਹਦੇ ਵਾਲੀ ਅਸਤਬਾਜੀ ਨਾਲ ਲੱਗੀ ਆ। ਉਹ ਕਹਿੰਦਾ ਯਾਰ ਮੈਨੂੰ ਨਹੀਂ ਪਤਾ, ਬਸ ਮੈਨੂੰ ਉੱਤੋਂ ਹੁਕਮ ਆ ਗਿਆ ਤੇ ਮੈਂ ਤਾਂ ਇਹੀ ਫੜਨਾ ਹੁਕਮ, ਤੁਹਾਨੂੰ ਪਤਾ ਸਰਕਾਰਾਂ ਦੇ ਉੱਤੋਂ ਹੁੰਦਾ। ਮੈਨੂੰ ਬੋਲਿਆ ਵੀ, ਮੈਨੂੰ ਕਹਿੰਦਾ ਤੁਹਾਡੇ ਵਾਰੀ ਕੀ? ਕਹਿੰਦਾ ਮੈਂ ਕਿਹਾ ਵੀ ਇਹ ਇਨਸਾਫ ਨਹੀਂ। ਸਰਕਾਰ ਤੁਹਾਡੀ ਨਹੀਂ ਸੀ ਨਾ, ਉਦੋਂ ਸਰਕਾਰ ਓਪੋਜੀਸ਼ਨ ਦੀ ਸੀ। ਮੈਨੂੰ ਕਹਿੰਦਾ ਇਨਸਾਫ ਨਹੀਂ। ਮੈਂ ਜਦੋਂ ਕਿਹਾ ਵੀ ਇਹ ਇਨਸਾਫ ਨਹੀਂ, ਕਹਿੰਦਾ ਤੁਹਾਡੇ ਵਾਰੀ ਇਨਸਾਫ ਮਿਲਦਾ ਰਹਿੰਦਾ। ਮੈਂ ਕਿਹਾ ਵੀ ਸਾਡੇ ਵਾਰੀ ਮੈਂ ਵਰਦੀ ਪਾ ਕੇ ਬੈਠਾ ਸੀ ਇੱਥੇ, ਕੋਈ ਪੁਲਿਸ ਅਫਸਰ ਹੀ ਸੀ, ਜੇ ਨਹੀਂ ਕਿਸੇ ਨੇ ਦਿੱਤਾ ਉਹਨੂੰ ਪੁੱਛੋ, ਮੈਂ ਤਾਂ ਕਦੇ ਚੇਅਰ ਤੇ ਬੈਠਾ ਹੀ ਨਹੀਂ। ਚਲੋ ਸਾਡੀ ਤੂੰ ਮੈਂ ਹੋਊਗੀ। ਮੈਂ ਕਿਹਾ ਕੋਈ ਨਾ, ਫਿਰ ਨਾ ਛੱਡੀ, ਧਰਨਾ ਦੇਵਾਂਗੇ, ਇੱਥੇ ਸਪੀਕਰ ਹੈਗਾ ਸਾਡੇ ਕੋਲ, ਦਰੀ ਵਿਛਾਉਣੀ ਆ ਤੇ ਅਸੀਂ ਛੜਾ ਕੇ ਤਾਂ ਹਟਾਂਗੇ। ਮੈਂ ਕਹਿ ਤਾਂ ਬੈਠਾ, ਹਾਲਾਤ ਉਦੋਂ ਇੰਨੇ ਮਾੜੇ ਸੀਗੇ ਵੀ ਵੱਡੇ ਜਦੋਂ ਲੀਡਰ ਫੜ ਲਏ ਲੋਕ ਤਾਂ ਨਹੀਂ ਆਉਂਦੇ ਸੀ। ਮੈਂ ਕਿਹਾ ਚੱਲ ਮਾਰ ਕੇ ਦੇਖ ਲੈਂਦੇ, ਜੇ ਚੱਲ ਗਿਆ ਤਾਂ ਤੀਰ ਨਹੀਂ ਤੁੱਕਾ ਸਹੀ। ਉਧਰੋਂ ਥਾਣੇਦਾਰ ਡਰ ਗਿਆ ਵੀ ਜਿਹੜਾ ਇਹ ਜਿੱਦ ਕੇ ਗਿਆ ਗਾ ਇੰਨਾ ਤੇ ਧਰਨਾ ਤੇ ਦੇਊਗਾ। ਮੈਂ ਆਪਦਾ ਡਰੀ ਜਾਵਾਂ, ਮੈਨੂੰ ਆਪੇ ਸੱਦ ਕੇ ਕਹਿੰਦਾ ਫਿਰ ਲੈ ਜੀ ਸ਼ਾਮ ਨੂੰ। ਮੈਂ ਕਿਹਾ ਹੁਣ ਕਿਉਂ ਛੱਡਦਾ? ਚਿੱਤ ਚ ਆਖਿਆ ਭਾਵੇਂ ਕੱਲ ਨੂੰ ਛੱਡ ਦਿਆਂ। ਸੋ ਕਈ ਵਾਰੀ ਇਹ ਚੱਲ ਜਾਂਦਾ ਗਾ ਵੀ ਉਹ ਛਡਾ ਲਿਆਉਂਦਾ ਵਰਕਰ ਸੀ ਲਿਆਏ ਨਾਲ। ਸੋ ਇਹ ਕਰਨਾ ਪੈਂਦਾ ਪਬਲਿਕ ਦੇ ਖਾਤਰ। ਪਰ ਜਿਹੜਾ ਇਹ ਚੱਲ ਰਿਹਾ, ਮੈਂ ਕਹਿੰਦਾ ਵੀ ਗਲਤ ਆ ਵੀ ਕਿਸੇ ਨੂੰ ਐਂ ਡਰਾ ਲੈਣਾ ਵੀ ਤੂੰ ਵਰਕਰ ਅਸਤਬਾਜੀ ਤੇਰੀ ਆ। ਬਣਾਲੀ ਸਾਹਿਬ, ਸਿਆਸੀ ਲੋਕਾਂ ਦੇ ਰੁਝੇਵੇਂ ਆ ਜਿਹੜੇ ਉਹ ਬੜੇ ਹੁੰਦੇ ਆ, ਹਨਾ, ਭੋਗ ਤੇ ਮਰਗ। ਮੈਂ ਵੀ ਇੱਕ ਵਾਰ ਇੱਕ ਐਮਐਲਏ ਦੇ, ਉਦੋਂ ਐਮਐਲਏ ਸੀ ਤੁਹਾਡੀ ਪਾਰਟੀ ਦਾ, ਖੈਰ ਪੁਰਾਣੀ ਦਾ, ਤੇ ਉਦੋਂ ਸਰਕਾਰ ਪੁਰਾਣੀ ਹੋ ਗਈ ਸੀ। ਮੈਂ ਵੈਸੇ ਹੀ ਫੋਨ ਕੀਤਾ, ਮੈਂ ਕਿੱਥੇ ਗਿਆ? ਕਹਿੰਦੇ ਭੋਗਾਂ ਤੇ ਗਏ ਹੋਇਆ। ਸੋ ਭੋਗ ਖੁਸ਼ੀ ਜਾਂ ਗਮੀ ਦੇ ਮੌਕੇ ਆ, ਇਹਦੇ ਤੇ ਕਦੇ ਬੜੇ ਅਜੀਬੋ-ਗਰੀਬ ਵਰਤਾਰੇ ਵੀ ਵਾਪਰਦੇ। ਐਂ ਵੀ ਹੁੰਦਾ ਨਾ, ਉਹ ਜਿਵੇਂ ਸਾਡੇ ਤੁਹਾਡੀ ਪਾਰਟੀ ਦਾ ਹੁੰਦਾ ਸੀ ਵੀ ਉਹ ਭਾਈ ਮਰੀ ਸੀ ਬੀਬੀ ਤੇ ਗੱਲ ਬਾਬੇ ਦੀ ਕਰਨ ਲੱਗ ਗਿਆ ਸੀ, ਉਹ ਮੁੜ ਕੇ ਉਹਨੇ ਪੂਰੀ ਦੀ ਪੂਰੀ ਜਿਹੜੀ ਉਹਦੀ ਸਕ੍ਰਿਪਟ ਬਦਲੀ ਸ਼ਰਧਾਂਜਲੀ ਭੇਂਟ ਕਰਨ ਮੌਕੇ। ਇਹੋ ਜਿਹਾ ਬੜਾ ਕੁਛ ਹੁੰਦਾ। ਦੇਖੋ ਪ੍ਰੋਗਰਾਮ ਕਈ ਵਾਰੀ ਇਹ ਹੋ ਜਾਂਦਾ ਨਾ, ਇੱਕ ਤਾਂ ਭੋਗ ਦਾ ਟਾਈਮ ਸੁਖਨੈਬ ਜੀ ਸੇਮ ਹੀ ਹੁੰਦਾ, ਉਨੇ ਕੁ ਟਾਈਮ ਹੁੰਦਾ ਵੀ 12 ਵਜੇ ਤੋਂ 12:30 ਜਾਂ ਹੁਣ 1 ਵੱਜ ਜਾਂਦਾ ਗਾ, ਤਾਂ ਭੱਜਣਾ ਹੁੰਦਾ ਵੀ ਹਾਜ਼ਰੀ ਲਾਉਣੀ ਹੁੰਦੀ ਹੈ। ਇੱਕ ਹਰੇਕ ਅੱਜ ਕੱਲ੍ਹ ਸਿਸਟਮ ਚੱਲ ਪਿਆ ਵੀ, ਅੱਗੇ ਤਾਂ ਹੁੰਦਾ ਸੀ ਕਿਸੇ ਪ੍ਰੋਮੀਨੈਂਟ ਬੰਦੇ ਨੂੰ ਜਿਹਨੇ ਸਮਾਜ ਵਾਸਤੇ ਕੁਛ ਕੀਤਾ, ਹੈ ਨਾ, ਉਹਨੂੰ ਸ਼ਰਧਾਂਜਲੀ ਬਣਦੀ ਆ। ਹੁਣ ਇੱਕ ਹੋ ਗਿਆ ਵੀ, ਇੱਕ ਮੈਂ ਕਹਿੰਦਾ ਵੀ ਹਰੇਕ ਦੇ ਵੀ ਬੋਲਣਾ ਵੀ ਪੈਂਦਾ। ਤਾਂ ਇੱਕ ਦੋ ਤਾਂ ਵਾਕਿਆ ਇਹੋ ਜਿਹੇ ਹੋਏ ਵੀ, ਸਾਡੇ ਇੱਕ ਵੱਡਾ ਪਿੰਡ ਆ, ਉੱਥੇ ਭੋਗ ਸੀ,
ਉਹ ਪਿੰਡ ਵੀ ਕਿਸਾਨ ਯੂਨੀਅਨ ਨਾਲ ਸਾਰਾ ਹੀ ਜੁੜਿਆ ਹੋਇਆ। ਤੇ ਮੈਂ ਇੰਨਾ ਕੁ ਮੇਰੇ ਜਦੋਂ ਨੋਟ ਕਰਾਇਆ ਵੀ ਫਲਾਣੇ ਕਿਸਾਨ ਯੂਨੀਅਨ ਦੇ ਵਰਕਰ ਸੀ, ਉਹਦਾ ਭੋਗ ਸੀ, ਤੇ ਮੈਂ ਫਿਰਨੀ ਤੇ ਲਾਈ ਵੀ ਭੋਗ ਕਿੱਥੇ ਜੇ, ਉਹਨਾਂ ਨੇ ਮੈਨੂੰ ਦੱਸਤਾ। ਮੈਂ ਜਦੋਂ ਜਾ ਕੇ ਮੱਥਾ ਟੇਕਿਆ, ਮੈਂ ਕਿਹਾ ਮੇਰੇ ਕੋਲ ਤਾਂ ਭੋਗ ਸੀਗਾ ਵੀ ਬੰਦੇ ਦਾ ਨੋਟ ਆ, ਫੋਟੋ ਮੂਹਰੇ ਲੇਡੀਜ਼ ਦੀ ਪਈ ਆ। ਮੈਂ 105 ਚ ਹੋ ਗਿਆ। ਮੈਂ ਉਹਨੂੰ ਆਖਿਆ ਜੀ, ਨਾਲ ਬੈਠਾ ਸੀ ਹੌਲੀ ਕਿਤੇ ਨੇ, ਮੈਂ ਪਤਾ ਤਾਂ ਲੱਗਣ ਨਹੀਂ ਦਿੱਤਾ। ਮੈਂ ਮੱਥਾ ਟੇਕ ਕੇ ਮੈਂ ਕਿਹਾ ਫਲਾਣੇ ਦਾ ਹੀ ਭੋਗ ਆ? ਕਹਿੰਦੇ ਹਾਂ ਜੀ, ਉਹ ਵੀ ਅੱਜ ਹੀ ਭੋਗ ਆ, ਉਹ ਹੋਰ ਥਾਂ। ਸੋ ਮੈਂ ਉਹ ਭੋਗ ਤੇ ਤਾਂ ਹਾਜ਼ਰੀ ਵੈਸੇ ਹੀ ਲਾ ਗਿਆ, ਮੇਰੇ ਕੋਲ ਨੋਟ ਨਹੀਂ ਉੱਥੇ ਗਿਆ। ਇੱਕ ਵਾਰੀ ਹੋਰ ਦੱਸਦਾ, ਕਾਲੀ ਵੀ ਤੁਹਾਨੂੰ ਦੱਸਦਾ ਕਿਵੇਂ ਹੁੰਦੀ ਆ। ਮੈਂ ਗਿਆ ਤੇ ਸਵੇਰੇ ਪੱਗ ਬੰਨ੍ਹ ਲਓ, ਫੋਨ ਆਈ ਜਾਂਦੇ ਹੁੰਦੇ ਆ, ਮਿਲਣ ਵਾਲੇ ਵੀ ਖੜੇ ਹੁੰਦੇ ਆ, ਤੁਹਾਡੇ ਦਿਮਾਗ 'ਚ ਟੈਨਸ਼ਨ ਵੀ ਹੁੰਦੀ ਆ ਵੀ ਮੈਂ ਗਾਂਹ ਪ੍ਰੋਗਰਾਮ ਤੇ ਵੀ ਪਹੁੰਚਣਾ, ਤੇ ਜਿੱਥੋਂ ਜੇ ਜੀ ਕਰਿਆ ਵੀ ਇਹ ਕੱਪੜੇ ਪਾਇਆ ਕਰੇ। ਮੇਰੇ ਨਾਲ ਹਾਸੇ ਵਾਲੀ ਗੱਲ ਹੋਈ, ਮੈਂ ਗਿਆ ਤੇ ਮੈਂ ਚੱਕਿਆ ਤੇ ਬੱਚੇ ਦੀ ਰੁਮਾਲ ਦੀ ਥਾਂ ਤੇ ਬਣਾਈਣੀ ਪਾ ਕੇ ਲੈ ਗਿਆ ਇੱਥੇ। ਤੇ ਮੈਂ ਜਦੋਂ ਜਾ ਕੇ ਮੈਂ ਭੋਗ ਤੋਂ ਬਾਅਦ ਆਪਾਂ ਦੇਗ ਲਈ ਮਹਾਰਾਜ ਦੀ ਗੁਰੂ, ਮੈਂ ਜਦੋਂ ਬਾਹਰ ਹੱਥ ਸਾਫ਼ ਕਰਨ ਲੱਗਿਆ, ਜਦੋਂ ਮੈਂ ਕੱਢੀ ਮੈਂ ਕਿਹਾ ਇਹ ਕੀ ਬਣਾਈਣੀ ਚੱਕੀ ਫਿਰਦਾ ਰੁਮਾਲ ਦੀ ਥਾਂ ਤੇ। ਮੈਂ ਹੱਥ ਜੇ ਪੂੰਝ ਕੇ ਦਵਾ ਪਾਲੀ। ਉਹ ਮੇਰੇ ਲਈ ਸਦਾ ਹੀ ਹਾਸੇ ਵਾਲੀ ਗੱਲ ਬਣ ਗਈ, ਜਾਣੀ ਕਿ ਦਿਮਾਗ ਹੀ ਨਹੀਂ ਹੁੰਦਾ, ਇਹ ਸਿਸਟਮ ਐਂ ਚੱਲੀ ਜਾਂਦਾ। ਅੱਛਾ, ਲੋਕਡਾਊਨ ਦਾ ਕਾਰਨ ਸਿਆਸੀ ਲੋਕਾਂ ਨੂੰ ਵੀ ਘਰੇ ਰਹਿਣਾ ਪਿਆ, ਹੋਰਾਂ ਨੂੰ ਵੀ। ਤੇ ਹੁਣ ਇਹ ਹੈ ਕਿ ਜਿਵੇਂ 500-400 ਬੰਦੇ ਨੂੰ ਮਿਲ ਨਾ ਲਵੇ ਸਿਆਸੀ ਬੰਦਾ, 2-4 ਭੋਗਾਂ ਤੇ ਨਾ ਜਾ ਵੜੇ, ਨਾ ਕਹਿੰਦੇ ਚਾਹ ਵੀ ਹੈ ਨਾ ਪੀਣੀ ਪੈਂਦੀ ਹੈ, ਵੀ ਉੱਥੋਂ ਪੀ ਕੇ ਆਇਆ ਜੀ, ਫਿਰ ਵੀ ਅਗਲੇ ਨੂੰ ਹੁੰਦਾ ਪੀ ਕੇ ਆਓ। ਤੇ ਇਹੋ ਜਿਹੇ ਹਾਲਾਤ ਦੇ ਵਿੱਚ ਫਿਰ ਮੇਨਟੇਨ ਕਿਵੇਂ ਕੀਤਾ ਆਹ ਲੋਕਡਾਊਨ 'ਚ? ਨਹੀਂ, ਲੋਕਡਾਊਨ ਦੇ ਵਿੱਚ ਇੱਕ ਤਾਂ ਸੀਗਾ ਵੀ ਪਹਿਲੇ ਦਿਨ ਤੋਂ 10 ਕੁ ਦਿਨ ਖੁਸ਼ੀ ਹੋਈ ਵੀ ਆਪਾਂ ਵੀ ਘਰ ਬੱਚਿਆਂ ਵਾਸਤੇ ਵੀ ਬੈਠ ਸਕਦੇ ਹਾਂ, ਆਪਾਂ ਸਾਰੇ ਗੱਲਾਂ ਕਰਦੇ ਹਾਂ। ਹੁਣ 15 ਕੁ ਦਿਨਾਂ 'ਚ ਸਾਰੀਆਂ ਗੱਲਾਂ ਮੁੱਕ ਜਾਂਦੀਆਂ ਤੇ ਫਿਰ ਉੜਕਾ ਹੀ ਨਹੀਂ ਆਉਂਦਾ ਵੀ ਸਵੇਰੀ ਤਿਆਰ ਹੋ ਕੇ ਜਾਣਾ ਕਰਨਾ, ਕਿਉਂਕਿ ਪਬਲਿਕ ਖੁਰਾਕ ਆ ਲੀਡਰ ਦੀ। ਜਿੰਨਾ ਚਿਰ ਪਬਲਿਕ ਨਹੀਂ ਆਉਂਦੀ, ਜਾਂ ਤੁਸੀਂ ਫੋਨ ਆ ਤੁਹਾਡੇ ਕੋਲੇ, ਇਹ ਫੋਨ ਤੁਹਾਡਾ 5 ਮਿੰਟ ਬਾਅਦ ਨਾ ਵੱਜੇ 4 ਲੱਗੇ ਤਾਂ ਇਹ ਲੱਗਦਾ ਵੀ ਲੋਕ ਆਪਣੇ ਨਾਲ ਟੁੱਟ ਜੇ ਗਏ ਵੀ ਆਪਾਂ ਨੂੰ ਯਾਦ ਕਿਉਂ ਨਹੀਂ ਕਰਦੇ। ਜਾਂ ਜਿਵੇਂ ਕਿਸੇ ਨੇ ਕਹਿੰਦੇ ਕੋਈ ਮੇਰੇ ਪੁਰਾਣਾ ਯਾਦ ਆ ਲੀਡਰ ਸਰਦਾਰ ਗਾਗੋਵਾਲ ਸਾਹਿਬ ਇੱਥੋਂ ਸੀਗੇ ਮਾਨਸਾ ਤੋਂ, ਉਹ ਕਿਸੇ ਨੂੰ ਕਹਿੰਦੇ ਯਾਰ ਤੂੰ ਆਇਆ ਹੀ ਨਹੀਂਗਾ, ਇੰਨਾ ਚਿਰ ਹੋ ਗਿਆ ਤੂੰ ਕਿਤੇ ਮਿਲਿਆ ਹੀ ਨਹੀਂਗਾ। ਨਾ ਜੀ ਤੂੰ ਸਰਗਰਮ ਨਹੀਂ ਕਹਿੰਦੇ, ਉਹ ਕਹਿੰਦਾ ਮੈਂ ਤਾਂ ਪੂਰਾ ਸਰਗਰਮ ਆ। ਕਹਿੰਦਾ ਕਿੱਥੋਂ ਸਰਗਰਮ ਆ, ਤੇਰੇ ਪਿੰਡ ਦੇ 6 ਮਹੀਨੇ ਹੋ ਗਏ, ਮੈਨੂੰ ਕੋਈ ਵਿਆਹ ਭੋਗ ਤਾਂ ਨੋਟ ਨਹੀਂ ਕਰਾਇਆ, ਕਿੱਥੋਂ ਸਰਗਰਮ। ਸੋ ਜਿਹੜਾ ਇਹ ਪਬਲਿਕ 'ਚ ਜਾਣਾ, ਪਬਲਿਕ ਐਨਰਜੀ ਦਿੰਦੀ ਆ। ਲੋਕਡਾਊਨ ਦੇ ਦੌਰਾਨ ਪਹਿਲਾਂ ਤਾਂ ਦੱਸਿਆ ਵੀ ਤੁਹਾਨੂੰ 15 ਕੁ ਦਿਨ ਤਾਂ ਲੱਗਿਆ, ਪਰ ਫਿਰ ਵੀ ਐਂ ਜੇ ਲੱਗਦਾ ਵੀ ਕੋਈ ਜ਼ੋਰ ਜਿਹਾ ਪਾ ਦੇਤਾ ਵੀ ਕੋਈ ਨਾ ਜਾ ਆਵਾਂਗੇ। ਤੇ ਹੋਰ ਉੱਥੇ ਸਹਾਉਣ ਤੁਹਾਨੂੰ ਹੋਰ ਦੱਸ ਦਿੰਦੇ ਆ, ਹੁਣ ਸਰਕਾਰ ਨੇ ਬੜਾ ਲਾਜ਼ਮੀ ਕਰਤਾ ਵੀ ਮਾਸਕ ਪਾਓ। ਹੁਣ ਇੱਕ ਕਹਿੰਦਾ ਵੀ ਸਾਡੇ ਆਓ ਵੀ। ਹੁਣ ਜਦੋਂ ਜਾਂਦੇ ਆ ਕਿਸੇ ਦੇ ਦੁੱਖ 'ਚ ਜਾਂਦੇ ਆ ਜਾਂ ਖੁਸ਼ੀ 'ਚ ਜਾਂਦੇ ਆ, ਲੋਕ ਪਹਿਚਾਣਦੇ ਨਹੀਂ। ਉਹ ਫਿਰ ਜਿਹੜਾ ਨਾਲ ਆ ਉਹ ਦੱਸਦਾ ਫਲਾਨਾ ਜੀ ਫਲਾਨਾ, ਤੇ ਉਹ ਮਜਬੂਰ ਕਰਦੇ, ਕਹਿੰਦੇ ਮੂੰਹ ਜਿਹਾ ਤਾਂ ਖੋਲ ਦਿਓ ਜੀ, ਪਤਾ ਕੀ ਲੱਗੂਗਾ ਕੌਣ ਆਇਆ ਸਾਡੇ। ਉਧਰੋਂ ਤਾਂ ਕਰੋਨਾ ਦਾ ਡਰ, ਉਧਰੋਂ ਇਹ ਵੀ ਲੱਗਦਾ ਵੀ ਹੁਣ ਗਏ ਵੀ ਆ, ਪਤਾ ਤਾਂ ਲੱਗੇ ਵੀ ਹਾਜ਼ਰੀ ਤਾਂ ਲੱਗੇ ਵੀ ਆਪਾਂ ਆਏ ਆ। ਸੋ ਇਹ ਸਾਰੀਆਂ ਗੱਲਾਂ ਇੱਕ ਮੈਂ ਆਖਿਆ ਜੀ ਆਹ ਪ੍ਰੋਬਲਮ ਨੇ, ਉਹ ਕਹਿੰਦੇ ਮਾਸਕ ਹੀ ਇਹੋ ਜਿਹਾ ਬਣਾ ਲਓ ਜਿਹੜੇ ਤੁਹਾਡੇ ਫੇਸ ਜੇ ਨਾਲ ਮੈਚ ਜਾ ਕਰਦਾ ਹੋਵੇ। ਸੋ ਇਹ ਚੱਲੀ ਜਾਂਦਾ ਗਾ, ਬਟ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਇਸ ਤੋਂ ਬਿਮਾਰੀ ਤੋਂ ਛੇਤੀ ਛੁਟਕਾਰਾ ਮਿਲੇ। ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ ਤੁਹਾਡਾ ਵੀ ਸਿੱਧੂ ਸਾਹਿਬ, ਬਹੁਤ ਧੰਨਵਾਦ। ਸਾਰਿਆਂ ਜਿੰਨੇ ਵੀ ਸੁਣਨ ਵਾਲੇ ਸਾਰਿਆਂ ਦਾ ਧੰਨਵਾਦ। ਆਸ ਕਰਦੇ ਆ ਕਿ ਇਹ ਗੱਲਾਂ ਖੁਸ਼ੀ ਦੀਆਂ ਹਾਸੇ ਦੀਆਂ ਨੇ। ਸੰਵੇਦਨਸ਼ੀਲਤਾ ਜ਼ਿੰਦਗੀ 'ਚ ਸਦਾ ਰਹਿਣੀ ਹੈ। ਬਿਲਕੁਲ ਜੀ, ਹਾਂਜੀ। ਜੇ ਜ਼ਿਆਦਾ ਸੰਵੇਦਨਸ਼ੀਲਤਾ ਤੁਹਾਨੂੰ ਬਿਮਾਰੀਆਂ ਲੱਗ ਜਾਂਦੀਆਂ, ਜਿੱਥੇ ਵੀ ਹੈਗਾ ਉਹ ਜਿਹੜਾ ਵੀ ਕੰਮ ਕਰਦੇ ਉਹ 'ਚ ਖੁਸ਼ੀ ਵੀ ਭਾਲੋ ਤੇ ਕੰਮ ਨੂੰ ਸਿੰਸੀਅਰਟੀ ਨਾ ਕਰੋ। ਮੇਰੀ ਤਾਂ ਇਹੀ ਹੈਗੀ ਆ। ਤੇ ਮੈਂ ਕਦੇ ਹਾਸਾ ਵੀ ਰਹਿਣਾ, ਤੁਸੀਂ ਹੈਰਾਨ ਹੋ ਜਾਓਗੇ। ਮੈਂ ਸਾਡੇ ਜਦੋਂ ਕਾਲਜ ਲਾਈਫ ਦੇ ਵਿੱਚ ਤੇ ਸਾਡੇ ਇੰਗਲਿਸ਼ ਦੇ ਪ੍ਰੋਫੈਸਰ ਸਾਹਿਬ ਪੜ੍ਹਾਈ ਜਾਣ, ਤੇ ਉਹਨਾਂ ਨੂੰ ਲੱਗਦਾ ਹੁੰਦਾ ਸੀ ਵੀ ਮੈਨੂੰ ਵੇਖ ਕੇ ਹੱਸ ਰਿਹਾ ਇਹ, ਤੇ ਮੈਨੂੰ ਇਹ ਆਦਤ ਆ ਵੀ ਮੇਰੇ ਚਿਹਰੇ ਤੇ ਸਮਾਈਲ ਜੀ। ਮੈਨੂੰ 3-4 ਵਾਰੀ ਠਾ ਕੇ ਕਲਾਸ ਚੋਂ ਕੱਢਤਾ, ਤੂੰ ਮੈਨੂੰ ਵੇਖ ਕੇ ਹੱਸਦਾ। ਤੇ ਮੁੜ ਕੇ ਇੱਕ ਦਿਨ ਉਹ ਲੰਘੇ ਜਾਂਦੇ ਸੀ ਗਰਾਊਂਡ ਤੇ, ਉਹਨਾਂ ਨੂੰ ਮੇਰੇ ਨਾਲ ਵੀ ਅਲਰਜੀ ਜੀ ਹੋ ਗਈ ਵੀ ਕਿਤੇ ਨਹੀਂ ਜਾਣ ਕੇ ਹੱਸਦੇ ਆ। ਤਾਂ ਮੈਂ ਲੰਘਿਆ, ਉੱਥੇ ਵੀ ਮੈਂ ਹੱਸੀ ਜਾਵਾਂ, ਮੈਨੂੰ ਸੱਦ ਕੇ ਕਹਿੰਦੇ ਆ ਜਾ। ਹੁਣ ਪਤਾ ਲੱਗ ਗਿਆ ਤੂੰ ਮੇਰੇ ਤੇ ਨਹੀਂ ਆ, ਤਾਂ ਸਦਾ ਹੱਸਦਾ ਰਹਿਣਾ। ਸੋ ਕਈ ਵਾਰੀ ਫੇਸ ਤੁਹਾਡਾ ਚਿਹਰਾ ਇਹੋ ਜਿਹਾ ਬਣਾ ਕੇ ਰੱਖੋ, ਜੇ ਤੁਹਾਡੇ ਤੇ ਹਾਸਿਆ ਦੂਜੇ ਦੇ ਵੀ ਹਾਸੇ ਆਉਣਗੇ। ਆਪਦੇ ਕੰਮ ਨੂੰ ਸੰਵੇਦਨਸ਼ੀਲਤਾ ਨਾ ਕਰੋ। ਬਿਲਕੁਲ ਜੀ। ਹਾਂਜੀ। ਖੁਸ਼ੀ ਤੇ ਖੁਸ਼ਹਾਲੀ ਸਾਨੂੰ ਮਿਲਦੀ ਰਹੇ, ਇਹ ਯਤਨ ਕਰਦੇ ਰਹੀਦਾ। ਔਰ ਹਰੇਕ ਬੰਦਾ ਸ਼ਾਇਦ ਇਹਨਾਂ ਦੋਨਾਂ ਚੀਜ਼ਾਂ ਵਾਸਤੇ ਯਤਨ ਕਰੇ ਤਾਂ ਦੁਨੀਆ ਖੁਸ਼ਹਾਲ ਹੋ ਸਕਦੀ ਹੈ। ਸਿਆਸਤ ਦੇ ਵਿੱਚ ਖੁਸ਼ਹਾਲੀ ਕਿਵੇਂ ਹੋ ਸਕਦੀ ਹੈ, ਹਾਸੇ ਦੀਆਂ ਫੁਹਾਰਾਂ ਕਿਵੇਂ ਫੁੱਟ ਸਕਦੀਆਂ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਗੁਰਪ੍ਰੀਤ ਬਣਾ ਵਾਲੀ ਨਾਲ, ਉਹ ਤੁਹਾਡੇ ਸਾਹਮਣੇ ਸੀ। ਕਿਵੇਂ ਲੱਗੀਆਂ ਜ਼ਰੂਰ ਦੱਸਿਓ।